ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਪਹਿਲਾ ਦਾ ਭਾਗ 3 ਪੰਜਾਬ ਦਾ ਰਾਜਤੰਤਰ ਤੇ ਸਾਮਰਾਜ। ਆਖਰੀ ਕਾਂਡ 18 ਹਿਮਾਲਿਆ ਤੋਂ ਪਾਰ ਤਿੱਬਤ ਤੱਕ ਅੰਗਰੇਜ਼ਾਂ ਨਾਲ ਖਿੱਚੋਤਾਣ। ਉੱਪਰੋਂ ਤਾਂ ਦਰਬਾਰ ਅਤੇ ਅੰਗਰੇਜ਼ਾਂ ਦੇ ਸੰਬੰਧ ਮਿੱਤਰਤਾਪੂਰਨ ਰਹੇ, ਪਰ ਵੈਰ ਵਿਰੋਧ ਦੀ ਅੰਤਰਧਾਰਾ ਹੁਗਲੀ ਤੇ ਰਾਵੀ ਦੀ ਤਹਿ ਵਿੱਚ ਵਗਣੀ ਸ਼ੁਰੂ ਹੋ ਗਈ ਸੀ। ਕਲਕੱਤਾ ਵਿੱਚ ਇਹ ਭਾਵਨਾ ਜ਼ੋਰ ਫੜ ਰਹੀ ਸੀ ਕਿ ਦੇਰ ਸਵੇਰ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ ਹੀ ਪਵੇਗਾ। ਇਸ ਲਈ ਪੰਜਾਬੀਆਂ ਨੂੰ ਨਾਮੁਨਾਸਿਬ ਤੌਰ 'ਤੇ ਵਧੇਰੇ ਤਾਕਤਵਰ ਬਣ ਨਹੀਂ ਦਿੱਤਾ ਜਾਵੇਗਾ। ਸਿੰਧ ਦੇ ਅਮੀਰਾਂ ਨਾਲ ਗੱਲਬਾਤ ਕਰਕੇ ਤੇ ਕੁਝ ਇੱਕ ਨੂੰ ਦਬਾ ਕੇ ਸੰਧੀ ਕਰਨ ਲਈ ਤਿਆਰ ਕਰ ਲਿਆ ਗਿਆ ਸੀ ਤੇ ਹੁਣ ਅਫਗਾਨਾਂ ਕੋਲ ਵੀ ਉਹ ਤਜਵੀਜ਼ਾਂ ਲੈ ਕੇ ਪਹੁੰਚ ਕੀਤੀ ਜਾ ਰਹੀ ਸੀ। ਮਹਾਰਾਜੇ ਨਾਲ ਵਿਖਾਵੇ ਮਾਤਰ ਦੋਸਤੀ ਕਾਇਮ ਰੱਖੀ ਗਈ ਸੀ, ਪਰੰਤੂ ਪੰਜਾਬ ਨੂੰ ਸਾਰਿਆਂ ਪਾਸਿਆਂ ਤੋਂ ਘੇਰ ਲਿਆ ਗਿਆ ਸੀ ਤੇ ਜਦੋਂ ਉਚਿਤ ਹੋਇਆ ਇਸ ਦੇ ਦੁਆਲੇ ਦੋਸਤੀ ਦੀ ਗਲਵੱਕੜੀ ਪਾ ਕੇ ਸੰਘੀ ਕੁੱਟ ਦਿੱਤੀ ਜਾਵੇਗੀ। ਰਣਜੀਤ ਸਿੰਘ ਇਤਨਾ ਚਤੁਰ ਤੇ ਸੋਝੀਵਾਨ ਸੀ ਕਿ ਉਸ ਨੂੰ ਸਦਭਾਵਨਾ ਦੇ ਖਾਲੀ ਸੰਕੇਤਾਂ ਜਾਂ ਹਾਵਾਂ ਭਾਵਾਂ ਨਾਲ ਛਲਿਆ ਨਹੀਂ ਜਾ ਸਕਦਾ ਸੀ। ਅਜੇ ਵੀ ਪੰਜਾਬੀ ਪਸਾਰਵਾਦ ਇਤਨਾ ਧਮਾਕਾ ਖੇਜ ਸੀ ਕਿ ਬਾਹਰਲੀਆਂ ਰੋਕਾਂ ਤੇ ਬੰਦਿਸ਼ਾਂ ਪ੍ਰਤੀ ਇਸ ਦੀ ਪ੍ਰਤੀਕਿਰਿਆ ਹਿੰਸਕ ਹੋ ਜਾਣ ਦੀ ਸੰਭਾਵਨਾ ਸੀ। ਦਰਬਾਰ ਵੱਲੋਂ ਮੋੜਵੀਂ ਚਾਲ ਦੇ ਤੌਰ 'ਤੇ ਸਿੰਧ ਦੇ ਅਮੀਰਾਂ ਨੂੰ ਅੰਗਰੇਜ਼ਾਂ ਵਿਰੁੱਧ ਉਤਸ਼ਾਹਿਤ ਕਰਨਾ ਸੀ। ਜੇ ਪੰਜਾਬੀ ਕੁਝ ਚੁੱਪ ਰਹਿੰਦੇ ਤਾਂ ਸ਼ਾਇਦ ਉਹਨਾਂ ਦੀ ਕੂਟਨੀਤੀ ਵਧੇਰੇ ਸਫਲ ਹੁੰਦੀ, ਪਰੰਤੂ ਮਹਾਰਾਜ ਲਗਾਤਾਰ ਸ਼ਿਕਾਰਪੁਰ ਉੱਪਰ ਹਮਲਾ ਕਰਕੇ ਅਧਿਕਾਰ ਕਰ ਲੈਣ ਦੀਆਂ ਗੱਲਾਂ ਕਰਦਾ ਰਹਿੰਦਾ ਸੀ, ਜਿਹੜਾ ਸਿੰਧ ਦੇ ਦਿਲ ਨੂੰ ਤਿੱਖੇ ਸਿਰੇ ਵਾਲੇ ਫਾਨੇ ਨਾਲ ਚੀਰਨ ਵਾਂਗ ਸੀ। ਸਿੰਧੀ ਕੁਦਰਤੀ ਹੀ ਪੰਜਾਬੀਆਂ ਉੱਪਰ ਵਿਸ਼ਵਾਸ ਨਹੀਂ ਕਰਦੇ ਸਨ ਤੇ ਸਿਰਫ ਉਹਨਾਂ ਦਾ ਮਨੋਰਥ ਪੰਜਾਬੀਆਂ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਣਾ ਸੀ। ਅਫਗਾਨ ਸੀਮਾ 'ਤੇ ਦਰਬਾਰ ਨੇ ਸ਼ਾਹ ਸੁਜਾ ਨੂੰ ਇੱਕ ਹੋਰ ਯਤਨ ਕਰਕੇ ਤਖਤ ਹਾਸਲ ਕਰਨ ਲਈ ਬਾਰਕਜ਼ਈਆਂ ਨੂੰ ਤਖਤ ਤੋਂ ਉਤਾਰਨ ਲਈ ਉਕਸਾਇਆ ਸੀ, ਜਿਨ੍ਹਾਂ ਨਾਲ ਅੰਗਰੇਜ਼ ਵਪਾਰਕ ਸੰਧੀਆਂ ਬਾਰੇ ਗੱਲਬਾਤ ਕਰ ਰਹੇ ਸਨ। ਦਰਬਾਰ ਨੇ ਹਰਾਤ 'ਚੋਂ ਆਏ ਏਲਚੀਆਂ ਦਾ ਸਵਾਗਤ ਕੀਤਾ ਤੇ ਅੰਗਰੇਜ਼ਾਂ ਨੂੰ ਇਹ ਵੀ ਦੱਸ ਦਿੱਤਾ ਕਿ ਰੂਸੀ ਵੀ ਪੰਜਾਬੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਸਨ। ਨੇਪਾਲ ਤੋਂ ਰਾਜਦੂਤ ਆਏ ਤੇ ਉਹਨਾਂ ਦਾ ਵੀ ਲਾਹੌਰ ਵੱਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ ਤੇ ਲਾਹੌਰ ਵਿੱਚ ਸਨਮਾਨ ਕੀਤਾ ਗਿਆ। ਮਰਹੱਠਾ ਮੁਖੀਆਂ ਤੇ ਨਿਜ਼ਾਮ ਹੈਦਰਾਬਾਦ ਨਾਲ ਸ਼ਿਸ਼ਟਾਚਾਰ ਮੰਡਲਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਅੰਗਰੇਜ਼ੀ ਸਰਕਾਰ ਨੇ ਸਤਲੁਜ ਦੇ ਪਾਰ ਦੇ ਇਲਾਕਿਆਂ ਵਿੱਚ ਦਰਬਾਰ ਦੇ ਦਾਅਵਿਆਂ ਬਾਰੇ ਵਿਚਾਰ ਚਰਚਾ ਕੀਤੀ। ਇਹਨਾਂ ਦੀ ਪੜਤਾਲ ਕੀਤੀ ਗਈ ਤੇ ਅਨੰਦਪੁਰ, ਚਮਕੌਰ, ਕੀਰਤਪੁਰ ਤੇ ਮਾਛੀਵਾੜਾ ਵਰਗੇ ਯੁੱਧ ਨੀਤੀ ਪੱਖੋਂ ਮਹੱਤਵਹੀਨ ਸ਼ਹਿਰਾਂ 'ਤੇ ਦਰਬਾਰ ਦਾ ਦਾਅਵਾ ਪ੍ਰਵਾਨ ਕਰ ਲਿਆ ਗਿਆ। ਪਰੰਤੂ ਅਤ ਮਹੱਤਵਪੂਰਨ ਸ਼ਹਿਰ ਫਿਰੋਜ਼ਪੁਰ, ਜੋ ਲਾਹੌਰ ਤੋਂ ਸਿਰਫ 40 ਮੀਲ ਦੂਰ ਸੀ ਤੇ ਸਤਲੁਜ ਦੇ ਮਹੱਤਵਪੂਰਨ ਪੱਤਨ ਦੇ ਨੇੜੇ ਸੀ, ਉਸ 'ਤੇ ਦਰਬਾਰ ਦਾ ਦਾਅਵਾ ਰੱਦ ਕਰ ਦਿੱਤਾ ਗਿਆ। ਇਹ ਕਦਮ ਅੰਗਰੇਜ਼ ਸੈਨਾਪਤੀਆਂ ਦੀ ਸਲਾਹ 'ਤੇ ਲਿਆ ਗਿਆ ਸੀ, ਜੋ ਮਹਿਸੂਸ ਕਰਦੇ ਸਨ ਕਿ ਲੁਧਿਆਣਾ ਪੰਜਾਬ ਵਿਰੁੱਧ ਕਾਰਵਾਈ ਲਈ ਸੈਨਾ ਦਾ ਟਿਕਾਣਾ ਬਣਾਏ ਜਾਣ ਲਈ ਲਾਹੌਰ ਤੋਂ ਬਹੁਤ ਦੂਰ ਸੀ। ਅੰਗਰੇਜ਼ੀ ਸੈਨਾ ਫਿਰੋਜ਼ਪੁਰ ਵੱਲ ਲਿਆਂਦੀ ਗਈ ਤੇ ਸ਼ਹਿਰ ਦੀ ਕਿਲ੍ਹੇਬੰਦੀ ਕੀਤੀ ਗਈ। ਮਹਾਰਾਜੇ ਨੇ ਸਿਰ 'ਤੇ ਮੰਡਰਾ ਰਿਹਾ ਖਤਰਾ ਭਾਂਪ ਲਿਆ। ਉਸਨੇ ਟਿੱਪਣੀ ਕੀਤੀ ਕਿ ਉਹ ਬਹੁਤ ਨੇੜੇ ਆ ਗਏ ਹਨ। ਦਰਬਾਰ ਨੇ ਉਹਨਾਂ ਦੀ ਚਾਲ ਦਾ ਜਵਾਬ ਕਸੂਰ ਦੀ ਕਿਲ੍ਹੇਬੰਦੀ ਕਰਕੇ ਕੀਤਾ, ਜੋ ਦਰਿਆ ਦੇ ਦੂਸਰੇ ਕਿਨਾਰੇ ਫਿਰੋਜ਼ਪੁਰ ਦੇ ਸਾਹਮਣੇ ਸੀ। ਲੱਦਾਖ ਦੀ ਜਿੱਤ। ਜਦੋਂ ਅੰਗਰੇਜ਼ ਪੂਰਬ ਵਿੱਚ ਉਹਨਾਂ ਲਈ ਖਤਰਾ ਬਣ ਰਹੇ ਸਨ ਤੇ ਪੱਛਮ ਵੱਲ ਉਹਨਾਂ ਨੂੰ ਰੋਕ ਰਹੇ ਸਨ, ਪੰਜਾਬੀ ਉਸ ਪਾਸੇ ਵੱਲ ਨਿਕਲ ਤੁਰੇ ਜਿਸ ਦੀ ਸੰਭਾਵਨਾ ਦਾ ਅੰਗਰੇਜ਼ਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਸੀ। ਉਹ ਕਸ਼ਮੀਰ ਦੀਆਂ ਹਿਮਾਲਾ ਪਹਾੜੀਆਂ ਵਿੱਚੋਂ ਲੱਦਾਖ ਵੱਲ ਵਧੇ। ਜਨਰਲ ਜ਼ੋਰਾਵਰ ਸਿੰਘ ਨੂੰ ਕਿਸ਼ਤਵਾੜ ਵਿੱਚ ਨਿਯੁਕਤ ਕੀਤਾ ਗਿਆ। ਸ਼ਾਹੀ ਪਰਿਵਾਰ ਦੇ ਘਰੇਲੂ ਝਗੜੇ ਦਾ ਲਾਭ ਉਠਾ ਕੇ ਉਹ ਰਿਆਸਤ ਵਿੱਚ ਦਾਖਲ ਹੋ ਗਿਆ। ਉਸ ਨੇ ਤਖਤ ਦੇ ਇੱਕ ਤਾਂਗੀ ਨੂੰ 30,000 ਸਾਲਾਨਾ ਲਾਹੌਰ ਦਰਬਾਰ ਨੂੰ ਕਰ ਦੇਣ ਬਦਲੇ ਗੱਦੀ 'ਤੇ ਬਿਠਾ ਦਿੱਤਾ ਤੇ ਕੁਝ ਫੌਜੀ ਮਹੱਤਵ ਦੇ ਕਿਲਿਆਂ 'ਤੇ ਅਧਿਕਾਰ ਕਰ ਲਿਆ। 1836 ਈਸਵੀ ਦੀ ਸਿਆਲੂ ਰੁੱਤ ਵਿੱਚ ਜ਼ੋਰਾ ਸਿੰਘ ਨੇ ਲੱਦਾਖ ਤੋਂ ਪ੍ਰਾਪਤ ਕੀਤਾ ਨਜ਼ਰਾਨਾ ਮਹਾਰਾਜੇ ਦੀ ਭੇਟਾ ਕੀਤਾ ਤੇ ਫਿਰ ਉਸਨੇ ਮਹਾਰਾਜੇ ਤੋਂ ਅੱਗੇ ਅਸਕਰੂਤ 'ਤੇ ਹਮਲਾ ਕਰਨ ਦੀ ਆਗਿਆ ਮੰਗੀ ਤਾਂ ਜੋ ਚੀਨ ਨਾਲ ਸਾਂਝੀ ਸੀਮਾ ਬਣ ਸਕੇ। ਮਹਾਰਾਜੇ ਨੇ ਉਸ ਨੂੰ ਕੁਝ ਸਮੇਂ ਲਈ ਰੁਕਣ ਲਈ ਕਿਹਾ। ਲੁਧਿਆਣੇ ਵਿੱਚ ਅੰਗਰੇਜ਼ ਪ੍ਰਤੀਨਿਧ ਪੰਜਾਬ ਸੀਮਾ ਦੇ ਵਿਸਤਾਰ ਪ੍ਰਤੀ ਗੁੱਸੇ ਵਿੱਚ ਸੀ ਤੇ ਉਸਨੇ ਬੇਦਖਲ ਸ਼ਾਹੀ ਪਰਿਵਾਰ ਦੀ ਸ਼ਿਕਾਇਤ ਨੂੰ ਹਮਦਰਦੀ ਨਾਲ ਸੁਣਿਆ। ਦਰਬਾਰ ਨੇ ਉਸ ਨੂੰ ਯਾਦ ਦਿਲਾਇਆ ਕਿ ਵਿਚਾਰ ਗੋਚਰਾ ਇਲਾਕਾ ਸਤਲੁਜ ਦੇ ਇਸ ਪਾਸੇ ਸੀ। ਪ੍ਰਤੀਨਿਧ ਨੇ ਇਸ ਦਲੀਲ ਵੱਲ ਕੋਈ ਧਿਆਨ ਨਾ ਦਿੱਤਾ ਤੇ ਉਸਨੇ ਆਪਣੀ ਸਰਕਾਰ ਨੂੰ ਪੰਜਾਬੀਆਂ ਦੀ ਚੀਨ ਨਾਲ ਸਾਂਝੀ ਸੀਮਾ ਦੇ ਖਤਰੇ ਤੋਂ ਜਾਣੂ ਕਰਾਇਆ ਤੇ ਉਹ ਲੱਦਾਖੀ ਜਲਾਵਤਨਾਂ ਨਾਲ ਹਮਦਰਦੀ ਪ੍ਰਗਟ ਕਰਦਾ ਰਿਹਾ। ਪੱਛਮੀ ਸੀਮਾ। ਜਦੋਂ ਜ਼ੋਰਾਵਰ ਸਿੰਘ ਪੰਜਾਬ ਦਾ ਝੰਡਾ ਉੱਤਰ ਵੱਲ ਝੁਲਾ ਰਿਹਾ ਸੀ ਤਾਂ ਮਹਾਰਾਜਾ ਅਫਗਾਨਾਂ ਦੇ ਇਲਾਕੇ ਵੱਲ ਰਾਜ ਦੀ ਸੀਮਾ ਵਧਾ ਰਿਹਾ ਸੀ। ਦਰਬਾਰ ਨੇ ਸ਼ਾਹ ਸੁਜਾ ਨੂੰ ਕਾਬਲ ਦੀ ਗੱਦੀ 'ਤੇ ਬਿਠਾਉਣ ਲਈ ਉਹ ਸ਼ਰਤਾਂ ਅੱਗੇ ਰੱਖੀਆਂ ਜੋ ਕੋਈ ਸਵੈ ਅਭਿਮਾਨੀ ਅਫਗਾਨ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੋ ਸਕਦਾ ਸੀ। ਉਸ ਨੂੰ ਸਜ਼ਾ ਲਈ ਮੁਲਤਾਨ, ਡੇਰਾ ਗਾਜ਼ੀ ਖਾਂ, ਡੇਰਾ ਇਸਮਾਈਲ ਖਾਂ, ਮਨਕੇਰਾ ਤੇ ਪੇਸ਼ਾਵਰ, ਜੋ ਪੰਜਾਬੀਆਂ ਦੇ ਅਧੀਨ ਸਨ ਤੇ ਜਿਨ੍ਹਾਂ ਲਈ ਸ਼ਾਹ ਸੁਜਾ ਆਪਣਾ ਦਾਅਵਾ ਤਿਆਗ ਦੇਣ ਲਈ ਤਿਆਰ ਸੀ, ਉੱਪਰ ਆਪਣਾ
ਦਾਵਾ ਤਿਆਗ ਦੇਣ ਲਈ ਕਿਹਾ ਗਿਆ ਸੀ ਤੇ ਨਾਲ ਹੀ ਖਰਾਜ ਦੇ ਰੂਪ ਵਿੱਚ ਘੋੜਿਆਂ ਤੇ ਫਲਾਂ ਆਦਿ ਦੇ ਰੂਪ ਵਿੱਚ ਤੋਹਫੇ ਭੇਟ ਕਰਨ ਲਈ ਸਹਿਮਤੀ ਦੇਣ ਲਈ ਵੀ ਕਿਹਾ ਗਿਆ ਸੀ। ਇਹਨਾਂ ਤੋਂ ਬਿਨਾਂ ਕੁਝ ਅਜਿਹੀਆਂ ਧਾਰਾਵਾਂ ਵੀ ਸਨ ਜਿਨ੍ਹਾਂ ਅਨੁਸਾਰ ਉਸ ਤੋਂ ਮੰਗ ਕੀਤੀ ਗਈ ਸੀ ਕਿ ਉਹ ਗਊ ਹੱਤਿਆ ਤੇ ਪਾਬੰਦੀ ਲਾਵੇ ਤੇ ਨਾਲ ਹੀ ਬੁੱਤ ਸ਼ਿਕਨ ਮਹਿਬੂਦ 800 ਸਾਲ ਪਹਿਲਾਂ ਜਿਹੜੇ ਸੋਮਨਾਥ ਮੰਦਰਾਂ ਦੇ ਚੰਦਨ ਦੀ ਲੱਕੜੀ ਦੇ ਦਰਵਾਜ਼ੇ ਗਜਨੀ ਲੈ ਕੇ ਗਿਆ ਸੀ ਉਹ ਹਵਾਲੇ ਕਰਨ ਦੀ ਮੰਗ ਕੀਤੀ ਗਈ। ਸੂਜ਼ਾ ਨੇ ਇਹਨਾਂ ਸ਼ਰਤਾਂ ਨੂੰ ਪ੍ਰਵਾਨ ਤਾਂ ਨਾ ਕੀਤਾ, ਪਰ ਉਸਨੇ ਆਪਣੇ ਆਪ ਇੱਕ ਹੋਰ ਕੋਸ਼ਿਸ਼ ਕਰਕੇ ਤਾਕਤ ਹਥਿਆਉਣ ਦਾ ਫੈਸਲਾ ਕਰ ਲਿਆ। ਸ਼ਾਹ ਸੂਜ਼ਾ ਨੂੰ ਕੁਝ ਸਹਾਇਤਾ ਸਿੰਧ ਦੇ ਅਮੀਰਾਂ ਤੋਂ ਮਿਲੀ ਤੇ ਉਸਨੂੰ ਇਹ ਭਰੋਸਾ ਵੀ ਦਿੱਤਾ ਗਿਆ ਕਿ ਉਹ ਜਦੋਂ ਹੀ ਉਹ ਅਫਗਾਨਿਸਤਾਨ ਵਿੱਚ ਦਾਖਲ ਹੋਵੇਗਾ ਤਾਂ ਕਬਾਇਲੀਆਂ ਵਿੱਚ ਉਹਦੇ ਸਨਮਾਨ ਲਈ ਬਗਾਵਤ ਹੋ ਜਾਵੇਗੀ। ਜਦੋਂ ਉਸਨੇ ਦਰਿਆ ਸਿੰਧ ਪਾਰ ਕੀਤਾ ਤਾਂ ਬਹੁਤ ਸਾਰੇ ਕਬਾਇਲੀ ਸਰਦਾਰਾਂ ਨੇ ਉਸ ਨਾਲ ਮਿਲ ਜਾਣ ਦਾ ਆਪਣਾ ਇਕਰਾਰ ਤਾਂ ਦੁਹਰਾਇਆ, ਪਰ ਉਹ ਆਪਣੇ ਕਿਲਿਆਂ 'ਚੋਂ ਬਾਹਰ ਨਾ ਨਿਕਲੇ। ਉਹ ਵਚਨਬੱਧ ਹੋਣ ਤੋਂ ਪਹਿਲਾਂ ਜੇਤੂ ਧਿਰ ਬਾਰੇ ਨਿਸ਼ਚਿਤ ਹੋਣਾ ਚਾਹੁੰਦੇ ਸਨ। ਕੰਦਾਰ ਵਿੱਚ ਇੱਕ ਸੰਖੇਪ ਜਿਹੇ ਟਾਕਰੇ ਮਗਰੋਂ ਸ਼ਾਹ ਸੂਜ਼ਾ ਦੀਆਂ ਫੌਜਾਂ ਨੂੰ ਦੋਸਤ ਮੁਹੰਮਦ ਤੇ ਉਹਦੇ ਭਰਾਵਾਂ ਨੇ ਬੁਰੀ ਤਰ੍ਹਾਂ ਹਰਾ ਦਿੱਤਾ। ਸੂਜ਼ਾ ਸਿੰਧ ਦੇ ਰਸਤੇ ਪਿਛਲੇ ਪੈਰੀ ਮੁੜ ਗਿਆ ਤੇ ਉਹ ਆਪਣੀਆਂ 600 ਪਤਨੀਆਂ ਨੂੰ ਲੁਧਿਆਣੇ ਜਾ ਮਿਲਿਆ। ਜਦੋਂ ਸੂਜ਼ਾ ਤੇ ਦੋਸਤ ਮੁਹੰਮਦ ਕਾਬਲ ਦੇ ਤਖਤਰੀ ਝਗੜ ਰਹੇ ਸਨ ਤਾਂ ਦਰਬਾਰ ਨੇ ਸੁਲਤਾਨ ਮੁਹੰਮਦ ਖਾਨ ਨੂੰ, ਜਿਸ ਨੂੰ ਯਾਰ ਮੁਹੰਮਦ ਖਾਨ ਦੀ ਮੌਤ ਪਿੱਛੋਂ ਪੇਸ਼ਾਵਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ, ਪੇਸ਼ਾਵਰ ਤੋਂ ਕੱਢ ਦਿੱਤਾ ਤੇ ਸ਼ਹਿਰ ਵਿੱਚ ਪੰਜਾਬੀ ਸੈਨਾ ਨੇ ਕਿਲ੍ਹਾਬੰਦੀ ਕਰ ਲਈ। ਹਰੀ ਸਿੰਘ ਨਲਵਾ, ਜਿਸ ਨੂੰ ਸਖਤ ਬੇਰਹਿਮ ਪ੍ਰਬੰਧਕ ਮੰਨਿਆ ਜਾਂਦਾ ਸੀ, ਉਸ ਨੂੰ ਸੀਮਾ ਨੂੰ ਮਜ਼ਬੂਤ ਕਰਨ ਲਈ ਨਿਯੁਕਤ ਕਰ ਦਿੱਤਾ ਗਿਆ। ਪਠਾਨ ਮੈਦਾਨੀ ਲੋਕਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸਨ। ਪੰਜਾਬੀਆਂ ਉੱਪਰ ਤਦ ਤੱਕ ਘਾਤ ਲਾ ਕੇ ਤੇ ਲੁੱਕ ਕੇ ਵਾਰ ਕਰਦੇ ਰਹੇ ਜਦ ਤੱਕ ਨਲਵਾ ਸਰਕਾਰ ਨੇ ਉਹਨਾਂ ਪਿੰਡਾਂ ਨੂੰ ਉਜਾੜ ਕੇ ਬਦਲਾ ਨਾ ਲੈ ਲਿਆ ਜਿਨ੍ਹਾਂ ਦੇ ਖੇਤਰ ਵਿੱਚ ਜੁਰਮ ਕੀਤੇ ਜਾਂਦੇ ਸਨ। ਕੁਝ ਹੀ ਮਹੀਨਿਆਂ ਵਿੱਚ ਕਬਾਇਲੀ ਇਲਾਕੇ ਵਿੱਚ ਮੁਕੰਮਲ ਸ਼ਾਂਤੀ ਤੇ ਸੁੰਨਸਾਨ ਵਰਤ ਗਈ ਤੇ ਨਲਵੇ ਦਾ ਨਾਮ ਪਠਾਨਾਂ ਲਈ ਹਊਆ ਬਣ ਗਿਆ। ਬਗਾਵਤ ਰੋਕਣ ਲਈ ਨਲਵੇ ਨੇ ਕਿਲਿਆਂ ਦਾ ਨਿਰੰਤਰ ਸਿਲਸਿਲਾ ਉਸਾਰਿਆ ਤੇ ਇਸ ਤਰ੍ਹਾਂ ਹਰ ਕਿਲੇ ਤੋਂ ਅਗਲਾ ਕਿਲਾ ਦਿਖਾਈ ਦਿੰਦਾ ਸੀ। ਜਿਹੜੇ 2 ਕਿਲੇ ਸਭ ਤੋਂ ਪਹਿਲਾਂ ਬਣਾਏ ਗਏ ਉਹ ਦਰਾ ਖੈਬਰ ਦੇ ਨੇੜੇ ਸਨ। ਸ਼ਵਕਦਰ ਦੇ ਕਿਲੇ ਵਿੱਚ ਲਹਿਣਾ ਸਿੰਘ ਸੰਧਾਵਾਲੀਆ ਦੇ ਅਧੀਨ 1900 ਤੇ ਜੰਬਰੌਦ ਵਿੱਚ ਮਹਾਂ ਸਿੰਘ ਦੇ ਅਧੀਨ 600 ਸੈਨਿਕ ਰੱਖੇ ਗਏ। ਪੇਸ਼ਾਵਰ ਉੱਪਰ ਦਰਬਾਰ ਦੇ ਕਬਜ਼ੇ ਕਾਰਨ ਤੇ ਨਲਵੇ ਵੱਲੋਂ ਖੈਬਰ ਦੇ ਦਰੇ ਨੇੜੇ ਕਿਲਿਆਂ ਦੀ ਉਸਾਰੀ ਨਾਲ ਦੋਸਤ ਮੁਹੰਮਦ ਗੁੱਸੇ ਵਿੱਚ ਆ ਗਿਆ। ਉਸਨੇ ਮਹਾਰਾਜੇ ਨੂੰ ਖੈਬਰ ਖੇਤਰ ਖਾਲੀ ਕਰ ਦੇਣ ਲਈ ਕਈ ਅਪਮਾਨਜਨਕ ਅਸ਼ਿਸ਼ਟਤਾ ਭਰੇ ਪੱਤਰ ਲਿਖੇ। ਉਸਨੇ ਆਪਣੇ ਆਪ ਹੀ ਅਮੀਰ ਉਲ ਮੋਇਮਨੀਨ ਯਾਨੀ ਧਾਰਮਿਕ ਲੋਕਾਂ ਦਾ ਰਹਿਬਰ ਦੀ ਉਪਾਧੀ ਧਾਰ ਲਈ ਤੇ ਕਬਾਇਲੀਆਂ ਨੂੰ ਇੱਕ ਹੋਰ ਧਰਮ ਯੁੱਧ ਯਾਨੀ ਜਿਹਾਦ ਲੜਨ ਲਈ ਭੜਕਾਇਆ। ਦਰਬਾਰ ਵੱਲੋਂ ਦੋਸਤ ਮੁਹੰਮਦ ਨਾਲ ਗੱਲਬਾਤ ਕਰਨ ਲਈ ਫਕੀਰ ਅਜੀਜ਼ ਉਦਦੀਨ ਤੇ ਅਮਰੀਕਨ ਜੋਸੀਆ ਹਾਰਲਾ, ਜਿਸ ਨੇ ਅਫਗਾਨਾਂ ਕੋਲ ਨੌਕਰੀ ਕੀਤੀ ਸੀ, ਭੇਜਿਆ ਗਿਆ। ਹਾਰਲਾ ਨੇ ਆਪਣੇ ਦੂਤ ਮੰਡਲ ਦੀ ਉਦੇਸ਼ ਪ੍ਰਾਪਤੀ ਦੀ ਇਉਂ ਜਾਣਕਾਰੀ ਦਿੱਤੀ। ਮੈਂ ਦੋਸਤ ਮੁਹੰਮਦ ਦੇ ਭਰਾਵਾਂ ਨੂੰ ਉਹਦੀ ਅਮੀਰੀ ਵਿਰੁੱਧ ਉਹਨਾਂ ਦੀ ਈਰਖਾ ਉਤੇਜਿਤ ਕਰਕੇ ਉਹਨਾਂ ਵਿੱਚ ਫੁੱਟ ਪਾ ਦਿੱਤੀ। ਮੈਂ ਸੁਲਤਾਨ ਮੁਹੰਮਦ ਖਾਨ ਨੂੰ, ਜੋ ਥੋੜ੍ਹਾ ਚਿਰ ਪਹਿਲਾਂ ਪੇਸ਼ਾਵਰ ਦੀ ਗਵਰਨਰੀ ਤੋਂ ਹਟਾਇਆ ਗਿਆ ਸੀ, ਨੂੰ ਆਪਣੇ 10,000 ਸੇਵਕਾਂ ਨਾਲ ਉਹਦੇ ਡੇਰੇ ਤੋਂ ਨੱਠ ਜਾਣ ਲਈ ਉਕਸਾਇਆ। ਉਹ ਸਰਦਾਰ ਮੇਰੇ ਨਾਲ ਸਿੱਖ ਡੇਰੇ ਵਿੱਚ ਚਲਾ ਗਿਆ ਤੇ ਉਹਦੇ ਪੈਰੋਕਾਰ ਆਪਣੇ ਪਹਾੜੀ ਕਿਲਿਆਂ ਵਿੱਚ ਚਲੇ ਗਏ। ਹਾਰਲੇ ਅੱਗੇ ਵਰਣਨ ਕਰਦਾ ਹੈ ਕਿ ਦੋਸਤ ਮੁਹੰਮਦ ਕਾਬਲ ਚਲਾ ਗਿਆ ਤੇ ਦੁਖੀ ਮਨ ਨਾਲ ਸੈਨਿਕ ਪ੍ਰਸਿੱਧੀ ਦੀ ਨਿੰਦਿਆ ਕਰਦਾ ਹੋਇਆ ਕੁਰਾਨ ਦੇ ਅਧਿਐਨ ਵਿੱਚ ਖੁੱਭ ਗਿਆ। ਦੋਸਤ ਮੁਹੰਮਦ ਦੀ ਸੰਸਾਰਕ ਇਛਾਵਾਂ ਤੋਂ ਨਿਰਾਸ਼ਤਾ ਨਾਲ ਉੱਤਰ ਪੱਛਮੀ ਸੀਮਾ ਤੇ ਕੁਝ ਸਮੇਂ ਲਈ ਖਿੱਚੋਤਾਣ ਘਟ ਗਈ। ਇਸ ਨਾਲ ਦਰਬਾਰ ਨੂੰ ਆਪਣੀ ਦੱਖਣੀ ਸੀਮਾ ਵੱਲ ਧਿਆਨ ਦੇਣ ਦਾ ਮੌਕਾ ਮਿਲ ਗਿਆ। ਅਮੀਰ, ਜੋ ਅੰਗਰੇਜ਼ਾਂ ਨਾਲ ਵਪਾਰਕ ਸੰਬੰਧ ਬਣਾਉਣ ਤੋਂ ਹੀ ਝਿਜਕ ਰਹੇ ਸਨ, ਉਹਨਾਂ ਨੂੰ ਰਾਜਸੀ ਪ੍ਰਭੂਤਾ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਉਹਨਾਂ ਦੇ ਦਰਬਾਰ ਨਾਲ ਇਲਹਾਕ ਦਾ ਇੱਕ ਮੌਕਾ ਉਸ ਸਮੇਂ ਆਇਆ ਜਿਸ ਨੂੰ ਟਾਲਦੇ ਆਏ ਸਨ, ਜਦ ਉਹਨਾਂ ਨੇ ਸਿੰਧ ਤੇ ਸਤਲੁਜ ਦੇ ਸੰਗਮ 'ਤੇ ਵਸੀ ਹੋਈ ਇੱਕ ਮਜ਼ਾਰੀ ਨਾਮ ਦੀ ਜਾਤੀ ਨੂੰ ਮੁਲਤਾਨ ਦੇ ਦੱਖਣ ਵਿੱਚ ਪੰਜਾਬੀ ਰੱਖਿਆ ਚੌਕੀ 'ਤੇ ਹਮਲਾ ਕਰਨ ਲਈ ਉਕਸਾਇਆ ਤੇ ਇਸ ਤਰ੍ਹਾਂ ਸਿੰਧੀਆ ਦੇ ਮਾਮਲੇ ਵਿੱਚ ਪੰਜਾਬੀ ਦਖਲਅੰਦਾਜ਼ੀ ਆਪ ਹੀ ਸੇੜ ਲਈ। ਰਾਜਕੁਮਾਰ ਤੇ ਸਾਵਣ ਮੱਲ ਨੂੰ, ਮਜ਼ਾਰੀ ਲੋਕਾਂ ਨੂੰ ਤੇ ਉਹਨਾਂ ਚੁੱਕਣਾ ਦੇਣ ਵਾਲਿਆਂ ਨੂੰ ਸਜ਼ਾ ਦੇਣ ਦਾ ਹੁਕਮ ਦਿੱਤਾ ਗਿਆ। 1838 ਈਸਵੀ ਦੀਆਂ ਗਰਮੀਆਂ ਨੂੰ ਦਰਬਾਰ ਦੀਆਂ ਫੌਜਾਂ ਨੇ ਮਿਠਨਕੋਟ ਤੇ ਰੋਜ਼ਨ ਤੇ ਅਧਿਕਾਰ ਕਰ ਲਿਆ ਤੇ ਉਹ ਹੁਣ ਸਿੰਧ ਦੀਆਂ ਦਹਿਲੀਜ਼ਾਂ ਤੇ ਪਹੁੰਚ ਗਏ ਸਨ, ਜਿੱਥੇ ਉਹਨਾਂ ਲਈ ਸਭ ਦਰ ਖੁੱਲ੍ਹੇ ਹੋਏ ਸਨ। ਖੜਕ ਸਿੰਘ ਨੇ ਸ਼ਿਕਾਰਪੁਰ ਉੱਪਰ ਹਮਲਾ ਕਰਨ ਦੀ ਆਗਿਆ ਮੰਗੀ, ਭਾਵੇਂ ਦਰਬਾਰ ਨੇ ਸ਼ਿਕਾਰਪੁਰ ਉੱਪਰ ਆਪਣੇ ਹੱਕ ਨੂੰ ਲੁਕਾ ਕੇ ਨਹੀਂ ਰੱਖਿਆ ਸੀ ਤੇ ਇਸ ਉੱਪਰ ਅਧਿਕਾਰ ਕਰਨ ਦਾ ਚੰਗਾ ਬਹਾਨਾ ਵੀ ਸੀ, ਕਿਉਂਕਿ ਸੈਯਦ ਅਹਿਮਦ ਦਾ ਪੈਰੋਕਾਰ ਇਸ ਸ਼ਹਿਰ ਵਿੱਚ ਸਰਗਰਮ ਸੀ। ਦਰਬਾਰ ਨੇ ਇੱਕ ਕਦਮ ਲੈਣ ਵਿੱਚ ਝਿਜਕ ਵਿਖਾਈ ਜਿਸ ਨਾਲ ਅੰਗਰੇਜ਼ਾਂ ਨਾਲ ਟਕਰਾਅ ਹੋ ਸਕਦਾ ਸੀ। ਇਹ ਝਿਜਕ ਦੱਖਣ ਵੱਲ ਵਧਣ ਲਈ ਪੰਜਾਬ ਦੀਆਂ ਅਭਿਲਾਸ਼ਾਵਾਂ ਬਾਰੇ ਘਾਤਕ ਸਿੱਧ ਹੋਈ। ਅੰਗਰੇਜ਼ਾਂ ਨੇ ਦਰਬਾਰ ਦੀ ਘਬਰਾਹਟ ਦਾ ਲਾਹਾ ਲਿਆ। ਗਵਰਨਰ ਜਨਰਲ ਨੂੰ ਸਕੱਤਰ ਨੇ ਲਿਖਿਆ, ਭਾਰਤ ਸਰਕਾਰ ਬੜੀ ਗੰਭੀਰਤਾ ਨਾਲ ਰਾਜਸੀ ਹਿੱਤਾਂ ਕਾਰਨ ਸਿੰਧ ਦਰਿਆ ਦੇ ਨਾਲ ਸਿੱਖ ਸ਼ਕਤੀ ਦੇ ਵਿਸਥਾਰ ਨੂੰ ਰੋਕਣ ਲਈ ਪਾਬੰਦ ਹੈ।
ਵੇਡ ਨੂੰ ਲਾਹੌਰ ਭੇਜਿਆ ਗਿਆ ਤਾਂ ਜੋ ਦਰਬਾਰ ਨੂੰ ਆਪਣੀ ਸਿੰਧ ਦੀ ਮੁਹਿੰਮ ਛੱਡ ਦੇਣ ਲਈ ਪ੍ਰੇਰਨਾ ਦੇਵੇ। ਉਸ ਨੂੰ ਹਦਾਇਤ ਕੀਤੀ ਗਈ ਕਿ ਉਹ ਬਾਦਸ਼ਾਹ ਸਲਾਮਤ ਨੂੰ ਲਾਹੌਰ ਵਿੱਚ ਟਿਕਾਏ ਰੱਖਣ ਲਈ ਆਪਣੇ ਅਧਿਕਾਰ ਵਿੱਚ ਹਰ ਸਾਧਨ ਦੀ ਵਰਤੋਂ ਕਰੇ ਅਤੇ ਉਸ ਨੂੰ ਸੈਨਾ ਅੱਗੇ ਲਿਜਾਣ ਤੋਂ ਰੋਕੇ। ਜੇ ਦਰਬਾਰ ਇਹ ਦਾਅਵਾ ਕਰੇ ਕਿ ਇਹ ਮੁਹਿੰਮਾਂ ਸਜ਼ਾ ਦੇਣ ਲਈ ਹੈ ਤਾਂ ਉਸ ਨੂੰ ਦੱਸ ਦਿੱਤਾ ਜਾਵੇ ਕਿ ਅਮੀਰ ਰਸਮੀ ਤੌਰ 'ਤੇ ਵੀ ਅੰਗਰੇਜ਼ੀ ਸੁਰੱਖਿਆ ਅਧੀਨ ਹਨ। ਦਰਬਾਰ ਨੇ ਅੰਗਰੇਜ਼ਾਂ ਨੂੰ ਕੂਟਨੀਤੀ ਵਿੱਚ ਪਛਾੜਨ ਦੀ ਕੋਸ਼ਿਸ਼ ਕੀਤੀ। ਉਸ ਨੇ ਸ਼ਾਹ ਸੂਜ਼ਾ ਨਾਲ ਸਮਝੌਤਾ ਕੀਤਾ, ਜਿਸ ਵਿੱਚ ਸ਼ਾਹ ਸੂਜ਼ਾ ਨੇ ਰਜ਼ਾਮੰਦੀ ਦਿੱਤੀ ਕਿ ਉਹ ਆਪਣੀ ਹਕੂਮਤ ਮੁੜ ਪ੍ਰਾਪਤ ਕਰਨ ਲਈ ਪੇਸ਼ਾਵਰ, ਜਿਸ ਉੱਪਰ ਉਹਦਾ ਅਧਿਕਾਰ ਪਹਿਲਾਂ ਹੀ ਨਹੀਂ ਸੀ, ਅਤੇ ਸ਼ਿਕਾਰਪੁਰ, ਜੋ ਕਾਨੂੰਨੀ ਤੌਰ 'ਤੇ ਉਸਦਾ ਸੀ, ਤੇ ਆਪਣਾ ਅਧਿਕਾਰ ਤਿਆਗ ਦੇਵੇਗਾ। ਦਰਬਾਰ ਨੇ ਅੰਗਰੇਜ਼ਾਂ ਦਾ 3 ਦਲੀਲਾਂ ਨਾਲ ਟਾਕਰਾ ਕੀਤਾ। ਪਹਿਲਾਂ ਤਾਂ ਉਸਨੇ ਉਹਨਾਂ ਲੋਕਾਂ ਨੂੰ ਸਜ਼ਾ ਦੇਣੀ ਸੀ ਜਿਨ੍ਹਾਂ ਨੇ ਮਾਜ਼ਾਰੀ ਕਬੀਲੇ ਨੂੰ ਉਕਸਾਇਆ ਸੀ। ਦੂਸਰਾ, ਸ਼ਾਹ ਸੂਜ਼ਾ, ਜਿਸ ਦਾ ਸ਼ਿਕਾਰਪੁਰ ਉੱਪਰ ਕਾਨੂੰਨੀ ਅਧਿਕਾਰ ਸੀ, ਉਸਨੇ ਆਪਣਾ ਇਹ ਹੱਕ ਦਰਬਾਰ ਨੂੰ ਦੇ ਦਿੱਤਾ ਸੀ। ਤੀਸਰਾ, 1809 ਦੀ ਸੰਧੀ ਅਨੁਸਾਰ ਅੰਗਰੇਜ਼ਾਂ ਨੇ ਸੁਗੰਧ ਚੁੱਕ ਕੇ ਵਚਨ ਦਿੱਤਾ ਸੀ ਕਿ ਸਤਲੁਜ ਦੇ ਉੱਤਰ ਤੇ ਲਹਿੰਦੇ ਪਾਸੇ ਦੇ ਇਲਾਕਿਆਂ ਵਿੱਚ ਦਖਲ ਨਹੀਂ ਦੇਣਗੇ। ਅੰਗਰੇਜ਼ ਸਹਿਮਤ ਸਨ ਕਿ ਪੰਜਾਬੀਆਂ ਨਾਲ ਮਜ਼ਾਰੀ ਕਬੀਲੇ ਨੇ ਧੱਕਾ ਕੀਤਾ ਸੀ, ਪਰੰਤੂ ਉਹਨਾਂ ਨੇ ਪੰਜਾਬੀਆਂ ਦੇ ਸ਼ਿਕਾਰਪੁਰ 'ਤੇ ਕਬਜ਼ਾ ਕਰਨ ਦੇ ਹੱਕ ਨੂੰ ਅਸਵੀਕਾਰ ਕਰ ਦਿੱਤਾ, ਭਾਵੇਂ ਇਹ ਮਜ਼ਾਰੀਆਂ ਦੀ ਗਲਤੀ ਦੇ ਸਿੱਟੇ ਵਜੋਂ ਜਾਂ ਸ਼ਾਹ ਸੂਜ਼ਾ ਨਾਲ ਹੋਏ ਸਮਝੌਤੇ ਅਨੁਸਾਰ ਹੋਵੇ। ਅਤੇ ਜਿੱਥੋਂ ਤੱਕ 1809 ਦੀ ਸੰਧੀ ਦਾ ਸਬੰਧ ਹੈ, ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਇਹ ਖੇਤਰ ਸਤਲੁਜ ਦੇ ਪੱਛਮ ਵੱਲ ਨਹੀਂ, ਸਗੋਂ ਸਤਲੁਜ ਤੇ ਸਿੰਧ ਦੇ ਸੰਗਮ ਦੇ ਪੱਛਮ ਵੱਲ ਹਨ। ਇਹਨਾਂ ਦੋਹਾਂ ਸਥਿਤੀਆਂ ਵਿੱਚ ਫਰਕ ਸੀ। ਦਰਬਾਰ ਨੂੰ ਬਹੁਤ ਗੁੱਸਾ ਸੀ। ਮੰਤਰੀਆਂ ਨੇ ਮਹਾਰਾਜੇ ਨੂੰ ਜ਼ੋਰ ਦੇ ਕੇ ਆਖਿਆ ਕਿ ਉਸ ਨੂੰ ਦ੍ਰਿੜਤਾ ਨਾਲ ਅੜਨਾ ਚਾਹੀਦਾ ਅਤੇ ਜੇ ਲੋੜ ਪਵੇ ਤਾਂ ਲੜਾਈ ਵੀ ਲੜੀ ਜਾਵੇ। ਉਹਨਾਂ ਨੇ ਦਲੀਲ ਦਿੱਤੀ ਕਿ ਜਿਸ ਕੌਮ ਨੇ ਇਤਨੀ ਵਾਰੀ ਆਪਣੇ ਦਿੱਤੇ ਵਚਨ ਤੋੜੇ ਹਨ ਅਤੇ ਜਿਸ ਨੇ ਵਿਧੀ ਪੂਰਵਕ ਵਿਸਥਾਰ ਨੂੰ ਇੱਕ ਨੀਤੀ ਵਜੋਂ ਅਪਣਾਇਆ ਹੋਇਆ ਹੈ, ਉਹ ਤਾਂ ਕਦੇ ਨਾ ਕਦੇ ਪੰਜਾਬ ਨੂੰ ਆਪਣੇ ਰਾਜ ਨਾਲ ਮਿਲਾਉਣ ਦਾ ਵੀ ਬਹਾਨਾ ਲੱਭ ਲਵੇਗੀ। ਮਹਾਰਾਜਾ ਅੰਗਰੇਜ਼ਾਂ ਨਾਲ ਬਹੁਤ ਗੁੱਸੇ ਸੀ, ਪਰੰਤੂ ਪਹਿਲਾਂ ਵਾਂਗ ਹੁਣ ਵੀ ਉਸਨੇ ਆਪਣੀ ਸੋਚ ਤੇ ਸੂਝ ਉੱਪਰ ਜਜ਼ਬੇ ਨੂੰ ਹਾਵੀ ਨਾ ਹੋਣ ਦਿੱਤਾ। ਉਸਨੇ ਆਪਣੇ ਮੰਤਰੀਆਂ ਨੂੰ ਪੁੱਛਿਆ, ਮਰਹੱਟਿਆਂ ਦੀ 2 ਲੱਖ ਫੌਜ ਅੰਗਰੇਜ਼ਾਂ ਨਾਲ ਲੜੀ ਸੀ, ਉਸ ਦਾ ਕੀ ਬਣਿਆ? ਉਸਨੇ ਫਕੀਰ ਅਜੀਜ਼ ਉਦਦੀਨ ਰਾਹੀਂ ਅੰਗਰੇਜ਼ਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਿੰਧ ਨੂੰ ਨਿਰਪੱਖ ਖੇਤਰ ਯਾਨੀ ਮੁਲਕ-ਏ ਮਹਿਫੂਜ਼ਾ ਐਲਾਨ ਕਰ ਦੇਣ, ਜੋ ਅਮੀਰਾਂ ਨੂੰ ਚੰਗਾ ਲੱਗਣਾ ਸੀ, ਅਤੇ ਇਹ ਭਰੋਸਾ ਲੈਣ ਲਈ ਵੀ ਕਿਹਾ ਕਿ ਅਜਿਹੀ ਨੀਤੀ ਅਫਗਾਨਿਸਤਾਨ ਬਾਰੇ ਨਹੀਂ ਅਪਣਾਈ ਜਾਵੇਗੀ। ਵੇਡ ਨੇ ਇਹਨਾਂ ਤਜਵੀਜ਼ਾਂ 'ਤੇ ਵਿਚਾਰ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਸਗੋਂ ਜ਼ੋਰ ਦਿੱਤਾ ਕਿ ਦਰਬਾਰ ਸਿੰਧ ਦੇ ਮਾਮਲੇ ਵਿੱਚ ਦਖਲ ਨਾ ਦੇਣ ਦਾ ਵਚਨ ਦੇਵੇ। ਮਹਾਰਾਜੇ ਨੇ ਅੰਗਰੇਜ਼ ਅਧਿਕਾਰੀ ਨੂੰ ਪੁੱਛਿਆ ਕਿ ਕੀ ਗਵਰਨਰ ਜਨਰਲ ਨੇ ਭਲਾਈ ਤੇ ਸਮਰਿੱਧੀ, ਸਤਿਕਾਰ ਤੇ ਲਿਹਾਜ਼ਦਾਰੀ ਦੇ ਜੋ ਸ਼ਬਦ ਰਣਜੀਤ ਸਿੰਘ ਨੂੰ ਪੱਤਰ ਵਿੱਚ ਲਿਖੇ ਹਨ, ਉਹਨਾਂ ਦਾ ਕੀ ਭਾਵ ਹੈ? ਰਣਜੀਤ ਸਿੰਘ ਦੇ ਕਟਾਹਿਸ਼ ਨੂੰ ਵੇਡ ਨੇ ਅਣਗੌਲਿਆਂ ਕਰਕੇ ਇਹਨਾਂ ਸ਼ਬਦਾਂ ਦੀ ਵਿਸਥਾਰ ਨਾਲ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਮਹਾਰਾਜ ਸਾਹਿਬ ਨੇ ਉਤਾਵਲਾਪਨ ਤੇ ਬੇਸਬਰੀ ਜ਼ਾਹਿਰ ਕੀਤੀ। ਉਸਨੇ ਫਕੀਰ ਦਾ ਹੱਥ ਫੜ ਲਿਆ ਤੇ 2 ਵਾਰ ਉਹਦੇ ਹੱਥ 'ਤੇ ਹੱਥ ਮਾਰਿਆ। ਵੇਡ ਨੇ ਗਵਰਨਰ ਜਨਰਲ ਨੂੰ ਲਿਖਿਆ, ਦਰਬਾਰ ਝੁਕ ਗਿਆ ਤੇ ਹਾਲ ਦੀ ਘੜੀ ਅੱਗੇ ਨਾ ਵਧਣ ਲਈ ਸਹਿਮਤ ਹੋ ਗਿਆ। ਬਿਲ ਫਿਲਹਾਲੋ ਬਿਲਹਾਲ। ਸਿੰਧ ਉੱਪਰ ਗੱਲਬਾਤ ਸਮਾਪਤ ਹੋ ਗਈ, ਪਰ ਦਰਬਾਰ ਨੇ ਇਸ ਬਾਰੇ ਸੰਧੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨੇ ਰੋਜ਼ਨ ਦੀ ਅਗੇਤੀ ਰੱਖਿਆ ਚੌਕੀ ਨੂੰ ਵੀ ਛੱਡਣ ਤੋਂ ਇਨਕਾਰ ਕਰ ਦਿੱਤਾ। ਅਪ੍ਰੈਲ 1837 ਵਿੱਚ ਜਮਰੌਦ ਦੀ ਲੜਾਈ, ਹਰੀ ਸਿੰਘ ਨਲਵੇ ਦੀ ਮੌਤ। ਦਰਬਾਰ ਨੇ ਸਿੰਧ ਬਾਰੇ ਅਜੇ ਮਸਾਂ ਹੀ ਗੱਲਬਾਤ ਖਤਮ ਕੀਤੀ ਸੀ ਕਿ ਉੱਤਰ ਪੱਛਮੀ ਸੀਮਾ ਵਿੱਚ ਗੜਬੜ ਭੜਕ ਉੱਠੀ। ਨਲਵੇ ਵੱਲੋਂ ਜ਼ੋਰ ਸ਼ੋਰ ਨਾਲ ਉਪਾਅ ਕਰਨ ਤੇ ਖਾਸ ਕਰਕੇ ਕਿਲਿਆਂ ਦਾ ਨਿਰੰਤਰ ਸਿਲਸਿਲਾ ਉਸਾਰਨ ਕਰਕੇ ਅਫਗਾਨਾਂ ਨੂੰ ਇਹ ਵਿਸ਼ਵਾਸ ਕਰਨ ਲਈ ਬਹਾਨਾ ਮਿਲ ਗਿਆ ਕਿ ਉਹ ਉਹਨਾਂ ਦੇ ਮੁਲਕ 'ਤੇ ਹਮਲਾ ਕਰਨ ਬਾਰੇ ਸੋਚ ਰਿਹਾ ਸੀ। ਦੋਸਤ ਮੁਹੰਮਦ ਨੇ ਕੁਰਾਨ ਦੇ ਅਧਿਐਨ ਦਾ ਕੰਮਕਾਜ ਤਿਆਗ ਦਿੱਤਾ ਤੇ ਆਪਣਾ ਧਿਆਨ ਸੰਸਾਰਕ ਕਾਰ ਵਿਹਾਰ ਵੱਲ ਲਾ ਲਿਆ। ਉਹਦੀ ਉਮੀਦ ਤੋਂ ਪਹਿਲਾਂ ਹੀ ਉਹਦੇ ਹੱਥ ਇੱਕ ਮੌਕਾ ਆ ਗਿਆ। ਰਾਜਕੁਮਾਰ ਨਿਹਾਲ ਸਿੰਘ, ਜੋ ਨਲਵੇ ਦੇ ਨਾਲ ਸੀ, ਵਿਆਹ ਕਰਾਉਣ ਲਈ ਲਾਹੌਰ ਚਲਾ ਗਿਆ। ਦਰਬਾਰ ਵਿਆਹ ਵਿੱਚ ਰੁੱਝਾ ਹੋਇਆ ਸੀ ਤੇ ਸੂਚਨਾ ਵੀ ਮਿਲੀ ਕਿ ਨਲਵਾ ਉਸ ਵੇਲੇ ਬਿਸਤਰੇ ਵਿੱਚ ਬਿਮਾਰ ਸੀ। ਦੋਸਤ ਮੁਹੰਮਦ ਨੇ ਸੋਚਿਆ ਕਿ ਹੁਣ ਤਲਵਾਰ ਮਿਆਨੋਂ ਬਾਹਰ ਕੱਢਣ ਤੇ ਗਾਜ਼ੀਆਂ ਨੂੰ ਕਾਫਰਾਂ ਵੱਲ ਧੱਕਣ ਲਈ ਢੁਕਵਾਂ ਸਮਾਂ ਸੀ। ਦੋਸਤ ਮੁਹੰਮਦ ਦੀ ਯੁੱਧ ਨੀਤੀ ਸ਼ਬਕਦਰ, ਜਮਰੌਦ ਤੇ ਪਿਸ਼ਾਵਰ ਦੇ ਕਿਲਿਆਂ ਨੂੰ ਵੱਖ-ਵੱਖ ਕਰਨਾ ਸੀ ਤੇ ਫਿਰ ਵਾਰੀ-ਵਾਰੀ ਸਭ ਨੂੰ ਪਿਸ਼ਾਵਰ ਦੇ ਕਿਲਿਆਂ ਨੂੰ ਵੱਖ-ਵੱਖ ਕਰਨਾ ਸੀ ਤੇ ਫਿਰ ਵਾਰੀ-ਵਾਰੀ ਸਭ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸੀ। ਸੂਚੀ ਵਿੱਚ ਸਭ ਤੋਂ ਉੱਪਰ ਜਮਰੌਦ ਸੀ, ਜੋ ਅਗੇਤੀ ਰੱਖਿਆ ਚੌਕੀ ਸੀ ਤੇ ਪੰਜਾਬੀ ਕਿਲਿਆਂ ਦੀ ਲੜੀ ਵਿੱਚ ਸਭ ਤੋਂ ਕਮਜ਼ੋਰ ਸੀ। ਸੈਨਾ ਦਾ ਇੱਕ ਦਸਤਾ ਸ਼ਬਕਦਰ ਭੇਜਿਆ ਗਿਆ ਤਾਂ ਜੋ ਲਹਿਣਾ ਸਿੰਘ ਸੰਧਾਵਾਲੀਆ ਨੂੰ ਉਹ ਕਿਲ੍ਹਾ ਛੱਡ ਕੇ ਆਉਣ ਤੋਂ ਰੋਕਿਆ ਜਾ ਸਕੇ। ਨਲਵੇ ਦੀ ਬਿਮਾਰੀ ਕਾਰਨ ਪਿਸ਼ਾਵਰ ਦੇ ਕਿਲ੍ਹੇ ਦੀ ਰੱਖਿਆ ਬਾਰੇ ਸੈਨਾ ਦੀ ਨਕਲੋ ਹਰਕਤ ਯਾਨੀ ਗਤੀਸ਼ੀਲਤਾ ਰੁਕ ਗਈ। ਜਮਰੌਦ ਨੂੰ 28,000 ਅਫਗਾਨਾਂ ਨੇ 18 ਭਾਰੀ ਤੋਪਾਂ ਨਾਲ ਆ ਘੇਰਿਆ। ਮਾਨ ਸਿੰਘ ਕੋਲ ਸਿਰਫ 600 ਆਦਮੀ ਤੇ ਕੁਝ ਕੁ ਹਲਕੀਆਂ ਤੋਪਾਂ ਸਨ। ਕੁਝ ਘੰਟਿਆਂ ਵਿੱਚ ਘੇਰਾ ਪਾਉਣ ਵਾਲੀਆਂ
ਸੈਨਾ ਦੀਆਂ ਤੋਪਾਂ ਨੇ ਕਿਲੇ ਦੀਆਂ ਕੰਧਾਂ ਨੂੰ ਮਲਬੇ ਵਿੱਚ ਤਬਦੀਲ ਕਰਕੇ ਰੱਖ ਦਿੱਤਾ। ਮਾਨ ਸਿੰਘ ਦੇ ਸੈਨਿਕਾਂ ਨੇ ਆਪਣੇ ਲਈ ਮੋਰਚੇ ਬਣਾ ਲਏ ਤੇ 4 ਦਿਨ ਪਠਾਨਾਂ ਤੇ ਅਫਗਾਨਾਂ ਨੂੰ ਆਪਣੇ ਨੇੜੇ ਨਾ ਆਉਣ ਦਿੱਤਾ। ਮਾਨ ਸਿੰਘ ਨੇ ਸਹਾਇਤਾ ਲਈ ਪੇਸ਼ਾਵਰ ਵੱਲ ਨਿਰਾਸ਼ਤਾ ਭਰਪੂਰ ਬੇਨਤੀ ਕੀਤੀ। ਨਲਵਾ ਬਿਸਤਰੇ ਤੋਂ ਉੱਠਿਆ ਤੇ ਬਿਮਾਰੀ ਦੀ ਹਾਲਤ ਵਿੱਚ ਹੀ ਜਮਰੌਦ ਵੱਲ ਕੂਚ ਕਰ ਦਿੱਤਾ। ਨਲਵੇ ਦੇ ਪਹੁੰਚਣ ਤੇ ਵੈਰੀ ਨੇ ਜਮਰੌਦ ਦਾ ਘੇਰਾ ਚੁੱਕ ਲਿਆ ਤੇ ਉਸਨੇ ਖੈਬਰ ਘਾਟੀ ਵਿੱਚ ਮੋਰਚੇ ਸੰਭਾਲੇ, ਜਿੱਥੇ ਹਾਰ ਹੋ ਜਾਣ ਦੀ ਹਾਲਤ ਵਿੱਚ ਭੱਜ ਸਕਣਾ ਸੌਖਾ ਸੀ। ਨਲਵੇ ਨੇ ਆਪਣੀ ਫੌਜ ਦੀ ਕਤਾਰਬੰਦੀ ਕੀਤੀ ਤੇ ਵੈਰੀ, ਜਿਸ ਦੀ ਗਿਣਤੀ ਉਸ ਦੀ ਸੈਨਾ ਨਾਲੋਂ ਤਿੱਗਣੀ ਸੀ, ਦੇ ਹਮਲੇ ਦੀ ਉਡੀਕ ਕਰਨ ਲੱਗਾ। 7 ਦਿਨਾਂ ਲਈ ਫੌਜਾਂ ਆਮੋ ਸਾਹਮਣੇ ਬੈਠੀਆਂ ਰਹੀਆਂ। ਜਦੋਂ ਨਲਵੇ ਨੇ ਮਹਿਸੂਸ ਕੀਤਾ ਕਿ ਅਫਗਾਨਾਂ ਤੇ ਪਠਾਨਾਂ ਦੀ ਹਮਲਾ ਕਰਨ ਦੀ ਨੀਤ ਨਹੀਂ, ਉਹਨੇ ਪੰਜਾਬੀਆਂ ਨੂੰ ਅੱਗੇ ਵਧਣ ਦਾ ਹੁਕਮ ਦੇ ਦਿੱਤਾ। ਇਹ ਲੜਾਈ 30 ਅਪ੍ਰੈਲ 1837 ਨੂੰ ਹੋਈ। ਪੰਜਾਬੀਆਂ ਨੇ ਵੈਰੀ ਨੂੰ ਅੱਗੇ ਲਾ ਲਿਆ। ਦੋਸਤ ਮੁਹੰਮਦ ਦਾ ਪੁੱਤਰ ਮੁਹੰਮਦ ਅਕਬਰ ਖਾਨ, ਜੋ ਉੱਚੇ ਟਿੱਲੇ ਤੇ ਖੜਾ ਅਫਗਾਨਾਂ ਦੀ ਹਾਰ ਵੇਖ ਰਿਹਾ ਸੀ, ਉਸਨੇ ਦੇਖਿਆ ਕਿ ਨਲਵਾ ਆਪਣੀ ਬਹੁਤੀ ਫੌਜ ਨਾਲੋਂ ਬਹੁਤ ਅੱਗੇ ਨਿਕਲ ਗਿਆ ਸੀ। ਅਕਬਰ ਨੇ ਹਰਾਬਲ ਦਸਤੇ ਤੇ ਜਾ ਝਪਟਾ ਮਾਰਿਆ ਤੇ ਨਲਵੇ ਦੇ ਹੋਂਦੇ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ। ਨਲਵਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਉਸ ਦੀ ਮੌਤ ਨੂੰ ਅਜਾਈ ਨਾ ਜਾਣ ਦਿੱਤਾ ਜਾਵੇ। ਅੰਗਰੇਜ਼ਾਂ ਨੇ ਪੰਜਾਬੀਆਂ ਤੇ ਅਫਗਾਨਾਂ ਦੀ ਖਿੱਚੋਤਾਣ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਰੂਸੀ ਪੂਰਬ ਵੱਲ ਵਧ ਰਹੇ ਸਨ ਤੇ ਇਰਾਨੀ ਉਹਨਾਂ ਦੇ ਪ੍ਰਭਾਵ ਹੇਠ ਚਲੇ ਗਏ ਸਨ। ਉਹਨਾਂ ਦੇ ਪ੍ਰਤੀਨਿਧ ਕਾਬਲ ਵਿੱਚ ਗਤੀਸ਼ੀਲ ਸਨ। ਗਵਰਨਰ ਜਨਰਲ ਨੇ ਬਰਨਜ਼ ਨੂੰ ਅਫਗਾਨਿਸਤਾਨ ਭੇਜਿਆ ਤਾਂ ਜੋ ਉਹ ਦੋਸਤ ਮੁਹੰਮਦ ਨੂੰ ਅੰਗਰੇਜ਼ੀ ਧੜੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇ। ਦੋਸਤ ਮੁਹੰਮਦ ਨੇ ਅੰਗਰੇਜ਼ਾਂ ਦੇ ਨਾਲ ਮਿਲਣ ਦੀ ਮੁੱਖ ਸ਼ਰਤ ਪੇਸ਼ਾਵਰ ਲੈ ਕੇ ਦੇਣ ਦੀ ਰੱਖ ਦਿੱਤੀ। ਗਵਰਨਰ ਜਨਰਲ ਲਾਰਡ ਆਕਲੈਂਡ ਨੇ ਹੁਣ ਦੋਸਤ ਮੁਹੰਮਦ ਤੇ ਰਣਜੀਤ ਸਿੰਘ ਦੋਹਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਉਸਨੇ ਰਣਜੀਤ ਸਿੰਘ ਨੂੰ ਚੁਣਿਆ ਤੇ ਦਰਬਾਰ ਦੀ ਸਹਾਇਤਾ ਨਾਲ ਦੋਸਤ ਮੁਹੰਮਦ ਨੂੰ ਕਾਬਲ ਦੀ ਗੱਦੀ ਤੋਂ ਉਤਾਰ ਕੇ ਸ਼ਾਹ ਸੁਜਾ ਨੂੰ ਗੱਦੀ ਤੇ ਬਿਠਾਇਆ। ਦਰਬਾਰ ਦਾ ਪ੍ਰਤੀਕਰਮ ਰਲਿਆ ਮਿਲਿਆ ਤੇ ਵੰਡਿਆ ਹੋਇਆ ਸੀ। ਪ੍ਰਧਾਨ ਮੰਤਰੀ ਧਿਆਨ ਸਿੰਘ ਤੇ ਮੰਤਰੀਆਂ ਦੀ ਬਹੁ ਗਿਣਤੀ ਇਸ ਤਜਵੀਜ਼ ਨੂੰ ਰੱਦ ਕਰਨ ਦੇ ਹੱਕ ਵਿੱਚ ਸੀ। ਫਕੀਰ ਅਜੀਜ਼ ਉਦ ਦੀਨ ਇਹ ਤਜਵੀਜ਼ ਦੇ ਹੱਕ ਵਿੱਚ ਸੀ। ਕੁਝ ਝਿਜਕ ਪਿੱਛੋਂ ਮਹਾਰਾਜੇ ਨੇ ਫਕੀਰ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਦਰਬਾਰ ਨੂੰ ਅੰਗਰੇਜ਼ਾਂ ਦੀ ਮੁਹਿੰਮ ਦਾ ਸਮਰਥਨ ਦੇਣ ਲਈ ਤਿਆਰ ਕਰ ਲਿਆ। ਮੈਕਨਾਟਨ ਤੇ ਵੇਡ ਤੇ ਹੋਰਨਾਂ ਉੱਪਰ ਆਧਾਰਿਤ ਇੱਕ ਬਰਤਾਨਵੀ ਪ੍ਰਤੀਨਿਧ ਮੰਡਲ ਪੰਜਾਬ ਆਇਆ ਤੇ ਉਹਨਾਂ ਨੇ ਸ਼ਾਹ ਸੁਜਾ, ਅੰਗਰੇਜ਼ਾਂ ਤੇ ਦਰਬਾਰ ਵਿਚਕਾਰ ਤ੍ਰੈਪੱਖੀ ਸੰਧੀ ਦੀਆਂ ਸ਼ਰਤਾਂ ਤਿਆਰ ਕੀਤੀਆਂ। ਸੰਧੀ ਦੀ ਰਸਮੀ ਪ੍ਰਵਾਨਗੀ ਨਵੰਬਰ 1838 ਵਿੱਚ ਫਿਰੋਜ਼ਪੁਰ ਹੋਣੀ ਸੀ, ਜਿੱਥੇ ਦਰਬਾਰ ਤੇ ਅੰਗਰੇਜ਼ੀ ਪਲਟਨਾਂ ਦਾ ਨਿਰੀਖਣ ਮਹਾਰਾਜੇ ਤੇ ਗਵਰਨਰ ਜਨਰਲ ਨੇ ਸਾਂਝੇ ਤੌਰ ਤੇ ਕਰਨਾ ਸੀ। ਇਨ੍ਹਾਂ ਪਲਟਨਾਂ ਨੇ ਮਗਰੋਂ ਸਿੰਧ ਦੀ ਮਹਾਨ ਸੈਨਾ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ। ਸਿੰਧ ਦੀ ਮਹਾਨ ਸੈਨਾ। ਫਿਰੋਜ਼ਪੁਰ ਦੀ ਮੁਲਾਕਾਤ ਤੋਂ ਮਹੀਨਾ ਪਹਿਲਾਂ ਹੀ ਫੌਜੀ ਕਾਰਵਾਈ ਦਾ ਪ੍ਰਤੱਖ ਕਾਰਨ ਵੀ ਖਤਮ ਹੋ ਗਿਆ ਸੀ। 22 ਅਕਤੂਬਰ 1838 ਨੂੰ ਇਰਾਨੀਆਂ ਨੇ ਹਰਾਤ ਦੀ ਘੇਰਾਬੰਦੀ ਖਤਮ ਕਰ ਦਿੱਤੀ ਤੇ ਅਫਗਾਨਿਸਤਾਨ ਵਿੱਚ ਰੂਸੀ ਇਰਾਨੀ ਘੁਸਪੈਠ ਦਾ ਖਤਰਾ ਹੀ ਨਾ ਰਿਹਾ। ਫਿਰ ਵੀ ਅੰਗਰੇਜ਼ ਅਫਗਾਨਿਸਤਾਨ ਉੱਪਰ ਅਧਿਕਾਰ ਕਰਨ ਦੀ ਯੋਜਨਾ ਦੇ ਅਨੁਸਾਰ ਕਾਰਜਸ਼ੀਲ ਰਹੇ। ਜੇ ਮੁਲਕ ਨੂੰ ਰੂਸੀਆਂ ਤੋਂ ਬਚਾਇਆ ਹੀ ਜਾਣਾ ਸੀ ਤਾਂ ਬਰਤਾਨੀਆ ਵਾਸਤੇ ਇਹ ਬਾਕੀ ਦੀ ਦੁਨੀਆ ਤੋਂ ਵੀ ਕਿਉਂ ਨਾ ਬਚਾਇਆ ਜਾਵੇ। ਇਸ ਕਾਰਨ ਦਾ ਕਦੇ ਵੀ ਪਤਾ ਨਹੀਂ ਲੱਗੇਗਾ ਕਿ ਮਹਾਰਾਜਾ ਕਾਰਵਾਈ ਕਰਨ ਦੇ ਵਿਰੁੱਧ ਮਿਲੀ ਸਲਾਹ ਦੇ ਬਾਵਜੂਦ ਇਸ ਯੋਜਨਾ ਦਾ ਕਿਉਂ ਸਮਰਥਨ ਕਰਦਾ ਰਿਹਾ, ਜਦੋਂ ਕਿ ਇਹ ਸਪਸ਼ਟ ਹੋ ਗਿਆ ਸੀ ਕਿ ਇਹ ਮੁਹਿੰਮ ਸਿਰਫ ਅੰਗਰੇਜ਼ਾਂ ਦੀ ਅਫਗਾਨਿਸਤਾਨ ਉੱਪਰ ਜਿੱਤ ਦੀ ਹੀ ਹੋਣੀ ਸੀ। ਸਿੰਧ ਸੈਨਾ ਨੇ ਅਫਗਾਨਿਸਤਾਨ ਉੱਪਰ 2 ਪਾਸਿਆਂ ਤੋਂ ਹਮਲਾ ਕਰਨਾ ਸੀ। ਪੰਜਾਬੀ ਸੈਨਾ ਨੇ ਕਰਨਲ ਬਸਾਵਾਂ ਦੀ ਅਗਵਾਈ ਵਿੱਚ ਪੂਰਬ ਵੱਲੋਂ ਖੈਬਰ ਦਰੇ ਰਾਹੀਂ ਕਾਬਲ ਤੇ ਹਮਲਾ ਕਰਨਾ ਸੀ। ਸ਼ਹਿਜ਼ਾਦਾ ਤੈਮੂਰ ਦੀ ਭਰਤੀ ਕੀਤੀ ਹੋਈ ਫੌਜ ਤੇ ਕਪਤਾਨ ਵੇਡ, ਜੋ ਮੁਖੀ ਤਾਲਮੇਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ, ਉਸਨੇ ਪੰਜਾਬੀਆਂ ਦੇ ਨਾਲ ਜਾਣਾ ਸੀ। ਅੰਗਰੇਜ਼ੀ ਸੈਨਾ ਸਮੇਤ ਭਰਤੀ ਕੀਤੇ ਪਠਾਨਾਂ ਤੇ ਅਫਗਾਨਾਂ ਦੇ, ਜੋ ਸਰ ਜੌਨ ਕੀਨ ਦੇ ਅਧੀਨ ਸੀ, ਉਸਨੇ ਸਿੰਧ ਤੋਂ ਕੰਧਾਰ ਤੇ ਗਜ਼ਨੀ ਰਾਹੀਂ ਜਾ ਕੇ ਪੰਜਾਬੀ ਸੈਨਾ ਨਾਲ ਕਾਬਲ ਵਿੱਚ ਮਿਲ ਜਾਣਾ ਸੀ। ਸ਼ਾਹ ਸੁਜਾ ਨੇ ਅੰਗਰੇਜ਼ੀ ਪਲਟਨਾਂ ਦੇ ਨਾਲ ਜਾਣਾ ਸੀ, ਕਿਉਂਕਿ ਸੰਧੀ ਦੀਆਂ ਸ਼ਰਤਾਂ ਬਾਰੇ ਪਹਿਲਾਂ ਹੀ ਸਮਝੌਤਾ ਹੋ ਚੁੱਕਿਆ ਸੀ। ਇਸ ਲਈ ਫਿਰੋਜ਼ਪੁਰ ਵਿੱਚ ਕਰਨ ਵਾਲਾ ਕੰਮ ਹੁਣ ਇੱਕ ਦੂਸਰੇ ਨੂੰ ਤੋਹਫਿਆਂ ਦਾ ਆਦਾਨ ਪ੍ਰਦਾਨ ਕਰਨਾ, ਸ਼ੁਭ ਇਸ਼ਾਵਾਂ ਤੇ ਵਧਾਈ ਦੇਣੀ, ਕਵੈਤ ਦਾ ਨਿਰੀਖਣ ਕਰਨ ਤੇ ਇੱਕ ਦੂਸਰੇ ਨੂੰ ਸ਼ਰਾਬ ਨੋਸ਼ੀ ਤੇ ਨਾਚ ਗਾਣਿਆਂ ਦੀਆਂ ਪਾਰਟੀਆਂ ਨਾਲ ਬਹਿਲਾਉਣ ਤੋਂ ਬਿਨਾਂ ਕੁਝ ਰਿਹਾ ਹੀ ਨਹੀਂ ਸੀ। ਅੰਤਮ ਘੜੀ। ਇਨ੍ਹਾਂ ਜਸ਼ਨਾਂ ਦੌਰਾਨ ਹੀ ਰਣਜੀਤ ਸਿੰਘ ਦੀ ਪਹਿਲਾਂ ਤੋਂ ਹੀ ਖਰਾਬ ਚਲੀ ਆ ਰਹੀ ਸਿਹਤ ਹੋਰ ਵਿਗੜ ਗਈ। 24 ਦਸੰਬਰ 1838 ਨੂੰ ਉਸ ਉੱਪਰ ਅਧਰੰਗ ਦਾ ਹਮਲਾ ਹੋ ਗਿਆ ਅਤੇ ਉਹ ਨਾ ਤਾਂ ਬਿਸਤਰੇ ਤੋਂ ਉੱਠ ਸਕਣ ਜੋਗਾ ਰਿਹਾ ਤੇ ਨਾ ਹੀ ਪ੍ਰਾਹੁਣਿਆਂ ਨੂੰ ਅਲਵਿਦਾ ਕਹਿਣ ਦੇ ਸਮਰੱਥ ਰਿਹਾ। 6 ਮਹੀਨੇ ਉਹ ਜ਼ਿੰਦਗੀ ਲਈ ਸੰਘਰਸ਼ ਕਰਦਾ ਰਿਹਾ, ਪਰ ਅੱਧ ਜੂਨ 1839 ਈਸਵੀ ਤੱਕ ਉਹਦੇ ਬਚਣ ਦੀਆਂ ਉਮੀਦਾਂ ਮੁੱਕ ਗਈਆਂ। ਖੜਕ ਸਿੰਘ ਨੂੰ ਪੰਜਾਬ ਦੇ ਮਹਾਰਾਜੇ ਦੀ ਪਦਵੀ ਬਖਸ਼ੀ ਗਈ ਤੇ ਉਹਦੇ ਨਾਲ ਹੀ ਰਾਜਾ ਧਿਆਨ ਸਿੰਘ ਉਹਦਾ ਪ੍ਰਧਾਨ ਮੰਤਰੀ ਥਾਪਿਆ ਗਿਆ। ਆਖਰ 27 ਜੂਨ ਦੀ ਸ਼ਾਮ ਨੂੰ ਲਾਹੌਰ ਵਿੱਚ ਇੱਕ ਜੇਤੂ ਵਜੋਂ ਪ੍ਰਵੇਸ਼ ਕਰਨ ਤੋਂ ਪੂਰੇ 40 ਸਾਲ ਮਗਰੋਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਮਹਾਰਾਜੇ ਦੀ ਮ੍ਰਿਤਕ ਦੇਹ ਦਾ ਅਗਲੇ ਦਿਨ ਸੰਸਕਾਰ ਕਰ ਦਿੱਤਾ ਗਿਆ। ਖਬਰਨਵੀਸ ਨੇ ਇਸ ਦ੍ਰਿਸ਼ ਨੂੰ ਇਹਨਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ:
ਚੰਦਨ ਦੀ ਲੱਕੜੀ ਦੀ ਚਿਤਾ 'ਤੇ ਪਹੁੰਚ ਕੇ ਲੋਥ ਨੂੰ ਉਸ ਉੱਪਰ ਪਾ ਦਿੱਤਾ ਗਿਆ। ਰਾਣੀ ਗਦਨ ਉਹਦੇ ਨਾਲ ਬੈਠ ਗਈ ਤੇ ਆਪਣੀ ਗੋਦੀ ਵਿੱਚ ਮ੍ਰਿਤਕ ਦਾ ਸਰੀਰ ਰੱਖ ਲਿਆ। ਜਦੋਂ 7 ਰਾਣੀਆਂ ਦਾਸੀਆਂ ਸਮੇਤ ਉਦਾਲੇ ਬੈਠ ਗਈਆਂ ਤਾਂ ਉਹਨਾਂ ਦੇ ਚਿਹਰਿਆਂ 'ਤੇ ਪੂਰੀ ਤਸੱਲੀ ਸੀ। ਡਾਕਟਰ ਹੌਨੀਬਰਗਰ ਅੱਗੋਂ ਕਹਾਣੀ ਜਾਰੀ ਰੱਖਦਾ ਹੋਇਆ ਲਿਖਦਾ ਹੈ, ਬ੍ਰਾਹਮਣਾਂ ਨੇ ਸ਼ਸਤਰਾਂ ਅਨੁਸਾਰ ਪੂਜਾ ਪਾਠ ਕੀਤਾ। ਸਿੱਖ ਉਪਦੇਸ਼ਕਾਂ ਨੇ ਵੀ ਆਪਣੀ ਪਵਿੱਤਰ ਧਰਮ ਪੁਸਤਕ ਗ੍ਰੰਥ ਸਾਹਿਬ ਤੋਂ ਅਰਦਾਸ ਕੀਤੀ ਤੇ ਮੁਸਲਮਾਨਾਂ ਨੇ ਵੀ ਯਾ ਅੱਲਾ ਕਹਿ ਕੇ ਉਹਨਾਂ ਦਾ ਸਾਥ ਦਿੱਤਾ। ਇਹ ਪਾਠ ਪੂਜਾ ਤੇ ਅਰਦਾਸਾਂ ਦਾ ਸਿਲਸਿਲਾ 1 ਘੰਟੇ ਲਈ ਚੱਲਦਾ ਰਿਹਾ। ਫਿਰ ਖਬਰ ਨਵੀਸ ਅੱਗੇ ਲਿਖਦਾ ਹੈ, 10 ਵਜੇ ਬ੍ਰਾਹਮਣਾਂ ਵੱਲੋਂ ਨਿਸ਼ਚਿਤ ਸਮੇਂ ਅਨੁਸਾਰ ਕੰਵਰ ਖੜਕ ਸਿੰਘ ਨੇ ਚਿਤਾ ਨੂੰ ਅਗਨੀ ਵਿਖਾਈ ਤੇ ਪੰਜਾਬ ਦਾ ਹਾਕਮ 4 ਰਾਣੀਆਂ ਤੇ 7 ਗੋਲੀਆਂ ਨਾਲ ਖਾਕ ਦੀ ਢੇਰੀ ਬਣ ਗਿਆ। ਬਲਦੀ ਚਿਤਾ ਉੱਪਰ ਆਕਾਸ਼ ਵਿੱਚ ਇੱਕ ਬਦਲੀ ਆ ਗਈ। ਕੁਝ ਕਣੀਆਂ ਵਰੀਆਂ ਤੇ ਮੌਸਮ ਸਾਫ਼ ਹੋ ਗਿਆ। ਹੁਣ ਬਿਨਾਂ ਭਾਣਾ ਮੰਨਣ ਦੇ ਹੋਰ ਕੋਈ ਚਾਰਾ ਨਹੀਂ ਸੀ। ਇਸ ਰੋਣ ਪਿੱਟਣ ਤੇ ਦੁੱਖ ਦੇ ਦ੍ਰਿਸ਼ ਦਾ ਵਰਣਨ ਕਰਦਿਆਂ ਦਿਲ ਨੂੰ ਵਾੜ ਪੈਂਦੀ ਹੈ ਤੇ ਮਹਿਲਾਂ ਵਿੱਚ ਹਰ ਉਮਰ, ਲਿੰਗ ਤੇ ਧਰਮ ਦੇ ਲੋਕਾਂ ਤੇ ਰਾਣੀਆਂ ਵਿੱਚ ਵਿਰਲਾਪ ਤੇ ਕੁਰਲਾਹਟ ਮੱਚੀ ਹੋਈ ਹੈ। ਪੰਜਾਬ ਦੇ ਇਤਿਹਾਸ ਵਿੱਚ ਰਣਜੀਤ ਸਿੰਘ ਵਾਂਗ ਕਿਸੇ ਵਿਅਕਤੀ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਉਭਾਰਿਆ। ਉਸ ਦੀ ਦਿੱਖ ਵਿੱਚ ਉਸ ਨੂੰ ਲੋਕਪ੍ਰਿਯ ਬਣਾਉਣ ਵਾਲੀ ਕੋਈ ਗੱਲ ਨਹੀਂ ਸੀ। ਉਸ ਦਾ ਕੱਦ ਦਰਮਿਆਨਾ ਸੀ ਤੇ ਰੰਗ ਸਾਂਵਲਾ ਸੀ। ਉਸ ਦੀ ਲੰਬੀ ਸਫੈਦ ਦਾੜੀ ਸੀ ਤੇ ਚਿਹਰੇ ਉੱਪਰ ਮਾਤਾ ਦੇ ਦਾਗ ਸਨ। ਉਸ ਦੀ ਅੰਨੀ ਅੱਖ ਖੁੱਲ੍ਹੇ ਜ਼ਖਮ ਵਾਂਗ ਸੀ। ਐਮਿਲੀ ਈਡਨ ਨੇ ਲਿਖਿਆ, ਬਾਵਜੂਦ ਉਸ ਦੀ ਪ੍ਰਭਾਵ ਰਹਿਤ ਤੇ ਸ਼ਕਲ ਸੂਰਤ ਦੇ ਉਸ ਦਾ ਚਿਹਰਾ ਸੰਜੀਵ ਤੇ ਪ੍ਰੇਰਨਾਦਾਇਕ ਤੇ ਹਸੂ ਕਰਦਾ ਸੀ। ਜਿਹੜੇ ਲੋਕ ਵੀ ਉਸ ਨੂੰ ਮਿਲਦੇ ਉਸ ਦੀ ਘੋਖਵੀਂ ਦਗ ਕਰਦੀ ਬੇਚੈਨ ਅੱਖ ਤੇ ਟਿੱਪਣੀ ਕਰਦੇ। ਫਕੀਰ ਅਜੀਜ਼ ਉਦਦੁਦੀਨ ਜੋ 1831 ਵਿੱਚ ਸ਼ਿਮਲੇ ਵਿੱਚ ਇੱਕ ਪ੍ਰਤੀਨਿਧ ਮੰਡਲ ਦਾ ਨੇਤਾ ਬਣ ਕੇ ਲਾਰਡ ਵਿਲੀਅਮ ਬੈਂਟਿਕ ਕੋਲ ਮੁਲਾਕਾਤ ਲਈ ਗਿਆ ਤਾਂ ਗਵਰਨਰ ਜਨਰਲ ਦੇ ਇੱਕ ਅਧਿਕਾਰੀ ਨੇ ਉਸ ਨੂੰ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਕਾਣੀ ਸੀ। ਫਕੀਰ ਨੇ ਉੱਤਰ ਦਿੱਤਾ, ਉਸ ਦੇ ਚਿਹਰੇ ਦਾ ਪ੍ਰਤਾਪ ਹੀ ਇਤਨਾ ਹੈ ਕਿ ਮੈਂ ਕਦੇ ਇਹ ਵੇਖਣ ਲਈ ਨਜ਼ਦੀਕ ਹੀ ਨਹੀਂ ਜਾ ਸਕਿਆ। ਬਾਵਜੂਦ ਛੋਟੇ ਕੱਦ ਤੇ ਪਤਲੇ ਸਰੀਰ ਦੇ ਰਣਜੀਤ ਸਿੰਘ ਇਤਨਾ ਮਜ਼ਬੂਤ ਤੇ ਲਚਕੀਲਾ ਸੀ ਜਿਵੇਂ ਉਹ ਛਾਂਟੇ ਵਾਲੀ ਰੱਸੀ ਦਾ ਬਣਿਆ ਹੋਵੇ। ਉਹ ਇੱਕ ਸਰਵੋਤਮ ਘੋੜ ਅਸਵਾਰ ਸੀ। ਘੋੜਸਵਾਰੀ ਉਹਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਆਵੇਗ ਸੀ। ਇਸ ਲਈ ਘੋੜੇ ਦੀ ਸਵਾਰੀ ਕਰਦਾ 10-10 ਘੰਟੇ ਕਾਠੀ 'ਤੇ ਹੀ ਰਹਿੰਦਾ। ਭਾਵੇਂ ਉਹਦੀ ਸਰੀਰਕ ਬਣਤਰ ਬਹੁਤ ਵਧੀਆ ਸੀ, ਪਰ ਉਹ ਆਪਣੇ ਰੋਗੀ ਹੋਣ ਦੇ ਭਰਮ ਵਹਿਮ ਦਾ ਸ਼ਿਕਾਰ ਸੀ। ਉਹ ਹਰ ਰੋਜ਼ ਹਕੀਮਾਂ ਦੇ ਮਸ਼ਵਰੇ ਲੈਂਦਾ ਰਹਿੰਦਾ ਤੇ ਆਪਣੀਆਂ ਕਲਪਿਤ ਬਿਮਾਰੀਆਂ ਲਈ ਨਸ਼ਿਆਂ ਤੇ ਦਵਾਈਆਂ। ਆਖਰੀ ਉਮਰ ਵਿੱਚ ਉਹ ਅਫੀਮੀ ਹੋ ਗਿਆ ਸੀ ਤੇ ਨੁਸਖਿਆਂ ਬਾਰੇ ਪੁੱਛਦਾ ਰਹਿੰਦਾ, ਪਰ ਬਿਮਾਰੀ ਦੇ ਇਸ ਵਹਿਮ ਦੇ ਕਾਰਨ ਵੀ ਉਸ ਨੂੰ ਮੌਤ ਦਾ ਕੋਈ ਡਰ ਨਹੀਂ ਸੀ। ਉਹ ਹੌਸਲੇ ਵਾਲਾ ਮਨੁੱਖ ਸੀ ਜੋ ਆਪਣੇ ਸੈਨਿਕਾਂ ਦੀ ਲੜਾਈ ਦੇ ਮੈਦਾਨ ਵਿੱਚ ਮੌਤ ਤੋਂ ਬੇਪਰਵਾਹ ਹੋ ਕੇ ਖਤਰਿਆਂ ਦਾ ਸਾਹਮਣਾ ਕਰਦਾ। ਇਸ ਵਿਸ਼ੇਸ਼ਤਾ ਕਾਰਨ ਉਸ ਨੂੰ ਸ਼ੇਰੇ ਪੰਜਾਬ ਦੀ ਉਪਾਧੀ ਮਿਲੀ। ਰਣਜੀਤ ਸਿੰਘ ਭਾਵੇਂ ਆਪ ਬਦਸੂਰਤ ਸੀ, ਪਰ ਉਹ ਸੁੰਦਰ ਚੀਜ਼ਾਂ ਦਾ ਪ੍ਰੇਮੀ ਸੀ। ਉਸ ਦੇ ਉਦਾਰੇ ਸੁੰਦਰ ਆਦਮੀਆਂ ਤੇ ਇਸਤਰੀਆਂ ਦਾ ਝੁਰਮਟ ਹੀ ਰਹਿੰਦਾ ਸੀ। ਉਹਦੇ ਕੱਪੜੇ ਅਤਿਅੰਤ ਸਾਦਾ ਹੁੰਦੇ ਸਨ। ਸਿਆਲ ਵਿੱਚ ਉਹ ਕੇਸਰੀ ਕਸ਼ਮੀਰੀ ਉੱਨ ਦੇ ਕੱਪੜੇ ਪਾਉਂਦਾ ਤੇ ਗਰਮੀ ਦੀ ਰੁੱਤ ਵਿੱਚ ਮਲਮਲ ਦੇ ਕੱਪੜੇ ਪਹਿਨਦਾ, ਪਰ ਉਹ ਆਪਣੇ ਦਰਬਾਰੀਆਂ ਤੇ ਮੁਲਾਕਾਤੀਆਂ ਤੋਂ ਆਸ ਕਰਦਾ ਸੀ ਕਿ ਉਹ ਸ਼ਾਨੋ ਸ਼ੌਕਤ ਨਾਲ ਸ਼ਾਹੀ ਲਿਬਾਸ ਤੇ ਗਹਿਣਿਆਂ ਨਾਲ ਸਜੇ ਹੋਣ। ਉਸ ਦੇ ਕੋਲ ਕਸ਼ਮੀਰੀ ਲੜਕੀਆਂ ਦੀ ਟੋਲੀ ਹੁੰਦੀ ਸੀ ਜੋ ਸੈਨਿਕਾਂ ਦੇ ਵਸਤਰ ਵਿੱਚ ਉਹਦੇ ਨਾਲ ਹੀ ਰਸਮੀ ਮੌਕਿਆਂ 'ਤੇ ਉਹਦੇ ਨਾਲ ਘੋੜਿਆਂ 'ਤੇ ਸਵਾਰ ਹੋ ਕੇ ਜਾਂਦੀ। ਉਸ ਦੀ ਸੁੰਦਰਤਾ ਪ੍ਰਤੀ ਪ੍ਰਸ਼ੰਸਾ ਮਨੁੱਖਾਂ ਤੱਕ ਹੀ ਸੀਮਤ ਨਹੀਂ ਸੀ। ਉਹ ਖੁੱਲ੍ਹੇ ਖੇਤਾਂ ਨੂੰ ਪਿਆਰ ਕਰਦਾ ਸੀ ਤੇ ਸਵੇਰ ਵੇਲੇ ਉਹ ਘੋੜੇ ਦੀ ਅਸਵਾਰੀ ਕਰਕੇ ਦਰਿਆ ਜਾਂ ਕਿਸੇ ਬਾਗ ਵੱਲ ਨਿਕਲ ਜਾਂਦਾ। ਜਦੋਂ ਕਦੇ ਕਾਲੇ ਬੱਦਲ ਆਕਾਸ਼ 'ਤੇ ਛਾ ਜਾਂਦੇ ਜਾਂ ਵਰਖਾ ਸ਼ੁਰੂ ਹੋ ਜਾਂਦੀ ਤਾਂ ਉਹ ਸਭ ਕੰਮ ਬੰਦ ਕਰ ਦਿੰਦਾ ਤੇ ਫਿਰ ਰੰਗ ਰਲੀਆਂ ਤੇ ਜਸ਼ਨ ਮਨਾਉਣ ਵਿੱਚ ਲੱਗ ਜਾਂਦਾ। ਏਕਮ ਦਾ ਚੰਦ ਵੇਖ ਕੇ ਉਹ ਖੁਸ਼ੀ ਨਾਲ ਨੱਚਣ ਲੱਗਦਾ ਤੇ ਉਹਦੇ ਚੜ੍ਹਨ 'ਤੇ ਉਹ ਤੋਪ ਦੀ ਸਲਾਮੀ ਦੇਣ ਦਾ ਹੁਕਮ ਦੇ ਦਿੰਦਾ। ਮੁਗਲਾਂ ਦਾ ਬਾਗ ਸ਼ਾਲਾਮਾਰ, ਜਿਸ ਦਾ ਨਾਮ ਉਸਨੇ ਨਵੇਂ ਸਿਰਿਓਂ ਸ਼ਾਲਾਬਾਗ ਪ੍ਰੇਮੀਆਂ ਦਾ ਬਾਗ ਰੱਖਿਆ ਸੀ, ਉਸ ਦਾ ਮਨਪਸੰਦ ਟਿਕਾਣਾ ਸੀ ਜਿੱਥੇ ਉਹ ਚੱਲਦੇ ਫੁਹਾਰਿਆਂ ਵਿੱਚ ਆਰਾਮ ਕਰਦਾ, ਸਖਤ ਸ਼ਰਾਬ ਦੇ ਪਿਆਲੇ ਪੀਂਦਾ ਤੇ ਆਪਣੇ ਮਨਪਸੰਦ ਬੰਸਰੀ ਵਾਦਕ ਅਤਰ ਖਾਨ ਨੂੰ ਸੁਣਦਾ ਜਾਂ ਨਾਚ ਵੇਖਦਾ। ਰਣਜੀਤ ਸਿੰਘ ਮੁੱਢ ਤੋਂ ਹੀ ਇੱਕ ਚੰਗਾ ਉਲਾਸੀ ਸੀ ਤੇ ਉਸ ਨੂੰ ਕਾਮ ਹਿਰਸ ਦੇ ਨਾਲ ਤਾਕਤ ਦੀ ਲਾਲਸਾ ਵੀ ਕੋਈ ਮੁਸ਼ਕਲ ਗੱਲ ਨਹੀਂ ਸੀ। ਜਾਪਦਾ ਹੈ ਜਿਵੇਂ ਕਿਪਲਿੰਗ ਨੇ ਇਹ ਸਤਰਾਂ ਰਣਜੀਤ ਸਿੰਘ ਲਈ ਹੀ ਲਿਖੀਆਂ ਹੋਣ। ਚੀਜ਼ਾਂ ਸਭ ਤੋਂ ਵੱਧ ਨੇ 4 ਮਹਾਨ, ਤੀਵੀਂ ਤਾਕਤ ਘੋੜਾ ਤੇ ਜੰਗ ਤੂੰ ਜਾਨ। ਪੰਜਾਬੀ ਹਲਕਿਆਂ ਵਿੱਚ ਅੱਜ ਤੱਕ ਰਣਜੀਤ ਸਿੰਘ ਤੇ ਉਹਦੀ ਮੁਸਲਮਾਨ ਪਤਨੀ ਮੋਹਰਾਂ ਦੀ ਗੱਲਬਾਤ ਬਾਰੇ ਇੱਕ ਕਥਾ ਸੁਣਾਈ ਜਾਂਦੀ ਹੈ। ਮੋਹਰਾਂ ਨੇ ਮਹਾਰਾਜੇ ਦੀ ਬਦਸੂਰਤੀ ਤੇ ਟਿੱਪਣੀ ਕਰਦਿਆਂ ਪੁੱਛਿਆ, ਤੁਸੀਂ ਉਸ ਸਮੇਂ ਕਿੱਧਰ ਚਲੇ ਗਏ ਸੀ ਜਦੋਂ ਪਰਮਾਤਮਾ ਸੁੰਦਰਤਾ ਤੇ ਸੁਹੱਪਣ ਬਣ ਰਿਹਾ ਸੀ? ਮਹਾਰਾਜ ਨੇ ਉੱਤਰ ਦਿੱਤਾ, ਜਦੋਂ ਤੂੰ ਸੁੰਦਰਤਾ ਪ੍ਰਾਪਤ ਕਰ ਰਹੀ ਸੀ, ਮੈਂ ਸ਼ਕਤੀ ਤੇ ਰਾਜ ਪ੍ਰਾਪਤ ਕਰਨ ਵਿੱਚ ਰੁੱਝਾ ਹੋਇਆ ਸੀ। ਰਣਜੀਤ ਸਿੰਘ ਨੇ ਕੋਈ ਸਿੱਖਿਆ ਪ੍ਰਾਪਤ ਨਾ ਕੀਤੀ ਤੇ ਅੰਤ ਤੱਕ ਨਿਰਅੱਖਰ ਹੀ ਰਿਹਾ, ਭਾਵ ਅਨਪੜ੍ਹ ਹੀ ਰਿਹਾ, ਪਰੰਤੂ ਉਹ ਵਿਦਵਾਨਾਂ ਦਾ ਕਦਰਦਾਨ ਸੀ ਤੇ ਅਕਬਰ ਵਾਂਗ ਉਸਨੇ ਇਹ ਘਾਟ ਵਿਦਵਾਨਾਂ ਦਾ ਸਾਥ ਮਾਣ ਕੇ ਤੇ ਆਪਣੀ ਗਿਆਨ ਦੀ ਭੁੱਖ ਨੂੰ
ਫਿਰਵਾਹੀ ਵਾਂਗ ਘੋਖਵੇਂ ਸਵਾਲ ਪੁੱਛ ਕੇ ਸੰਤੁਸ਼ਟ ਕੀਤਾ। ਫਰਾਂਸੀਸੀ ਜੇਕਮਾ ਨੇ ਲਿਖਿਆ ਹੈ, ਉਹਦੀ ਵਾਰਤਾਲਾਪ ਬਿਪਤਾ ਦੀ ਘੜੀ ਵਾਂਗ ਇੱਕ ਡਰਾਉਣਾ ਸੁਪਨਾ ਹੈ। ਉਹ ਪਹਿਲਾ ਘੋਖੀ ਭਾਰਤੀ ਹੈ ਜਿਸ ਨੂੰ ਮੈਂ ਮਿਲਿਆ ਹਾਂ ਤਾਂ ਉਸ ਦੀ ਜਗਿਆਸਾ ਸਾਰੀ ਕੌਮ ਦੀ ਬੇਪਰਵਾਹੀ ਤੇ ਕੋਰੇਪਣ ਦੀ ਘਾਟ ਨੂੰ ਪੂਰਾ ਕਰ ਦਿੰਦੀ ਹੈ। ਉਸਨੇ ਮੈਨੂੰ ਭਾਰਤ, ਯੂਰਪ, ਬੋਨਾਪਾਰਟ ਤੇ ਇਸ ਜਗਤ ਬਾਰੇ ਆਮ ਕਰਕੇ ਅਗਲੀ ਦੁਨੀਆ, ਨਰਕ, ਸਵਰਗ, ਆਤਮਾ, ਪਰਮਾਤਮਾ, ਸ਼ੈਤਾਨ ਤੇ ਅਨੇਕਾਂ ਹੋਰ ਇਸ ਪ੍ਰਕਾਰ ਦੇ ਸਵਾਲ ਪੁੱਛੇ। ਇਸ ਢੰਗ ਨਾਲ ਰਣਜੀਤ ਸਿੰਘ ਨੂੰ ਸੰਸਾਰ ਦੇ ਵਰਤਾਰਿਆਂ ਤੇ ਮਾਮਲਿਆਂ ਦੀ ਜਾਣਕਾਰੀ ਮਿਲ ਗਈ ਤੇ ਉਸ ਨੂੰ ਫਾਰਸੀ ਦੀ ਬੋਲਚਾਲ ਦਾ ਗਿਆਨ ਵੀ ਪ੍ਰਾਪਤ ਹੋ ਗਿਆ, ਜਿਸ ਵਿੱਚ ਦਰਬਾਰ ਦੀ ਲਿਖਤੀ ਕਾਰਵਾਈ ਹੁੰਦੀ ਸੀ। ਉਸ ਦੇ ਵਿੱਚ ਕੰਮ ਕਰਨ ਦੀ ਸ਼ਕਤੀ ਵੀ ਉਤਨੀ ਹੀ ਸੀ ਜਿਤਨੀ ਚੰਗੀ ਆਨੰਦਦਾਇਕ ਜੀਵਨ ਜਿਉਣ ਦੀ ਤਾਕਤ ਸੀ। ਜਦੋਂ ਪ੍ਰੀਤੀ ਭੋਜ ਖਤਮ ਹੋ ਜਾਂਦੇ ਤੇ ਨਾਚੀਆਂ ਦੇ ਘੁੰਗਰੂ ਛਣਕਣੋਂ ਹਟ ਜਾਂਦੇ ਤਾਂ ਉਹ ਆਪਣੀ ਖੁਆਬਗਾਹ ਵਿੱਚ ਜਾਂਦਾ ਤੇ ਕਈ ਘੰਟਿਆਂ ਲਈ ਲੇਖਕਾਂ ਨੂੰ ਪੱਤਰ ਲਿਖਵਾਉਂਦਾ ਰਹਿੰਦਾ, ਜੋ ਸਦਾ ਉੱਥੇ ਹਾਜ਼ਰ ਰਹਿੰਦੇ। ਰਣਜੀਤ ਸਿੰਘ ਵਿੱਚ ਪੰਜਾਬੀ ਸੁਭਾਅ ਦੇ ਸਭ ਗੁਣ ਔਗਣ ਸਨ। ਉਹ ਸਧਾਰਨ ਆਦਤਾਂ ਦਾ ਸੁਆਮੀ ਸੀ, ਬੜਬੋਲਾ ਸੀ ਤੇ ਸਨੇਹ ਭਰਪੂਰ ਸੀ, ਤੇ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਸੀ ਉਹਨਾਂ ਪ੍ਰਤੀ ਉਹ ਬਹੁਤ ਉਦਾਰ ਸੀ। ਭਾਵੇਂ ਉਹ ਬਾਦਸ਼ਾਹ ਬਣ ਗਿਆ ਸੀ ਤਾਂ ਵੀ ਉਸ ਦਾ ਆਮ ਲੋਕਾਂ ਨਾਲੋਂ ਸੰਪਰਕ ਨਹੀਂ ਟੁੱਟਿਆ ਸੀ ਤੇ ਨਾ ਹੀ ਕਿਸਾਨਾਂ ਨਾਲ ਉਹਦੀ ਹਮਦਰਦੀ ਘਟੀ ਸੀ, ਜਿਨ੍ਹਾਂ ਵਿੱਚੋਂ ਹੀ ਉਹ ਪੈਦਾ ਹੋਇਆ ਸੀ। ਉਸ ਦੇ ਵਿੱਚ ਇੱਕ ਸਧਾਰਨ ਕਿਸਾਨ ਦੀ ਚਲਾਕੀ ਤੇ ਮਕਾਰੀ ਵੀ ਸੀ, ਤੇ ਜੇ ਇੱਕ ਵਾਰ ਉਸ ਨੂੰ ਸ਼ੱਕ ਹੋ ਜਾਵੇ ਤਾਂ ਉਹ ਵੈਰੀ ਨਾਲ ਛਲ ਕਰਨ ਲਈ ਕਿਸੇ ਵੀ ਢੰਗ ਨੂੰ ਗਲਤ ਨਹੀਂ ਸਮਝਦਾ ਸੀ। ਉਹ ਉਹਨਾਂ ਲੋਕਾਂ ਨੂੰ ਮਾਫ ਕਰ ਦਿੰਦਾ ਸੀ ਜਿਨ੍ਹਾਂ ਨੇ ਉਸ ਨੂੰ ਨੁਕਸਾਨ ਪਹੁੰਚਾਇਆ ਹੁੰਦਾ ਸੀ, ਤੇ ਉਹ ਉਹਨਾਂ ਲੋਕਾਂ ਨੂੰ ਮੁੜ ਕੇ ਬਹਾਲ ਕਰ ਦਿੰਦਾ ਸੀ ਜਿਨ੍ਹਾਂ ਉੱਪਰ ਉਸਨੇ ਜਿੱਤ ਪ੍ਰਾਪਤ ਕੀਤੀ ਹੁੰਦੀ ਸੀ। ਉਹ ਸਜ਼ਾ ਦੇਣ ਤੋਂ ਨਫ਼ਰਤ ਕਰਦਾ ਸੀ। ਉਸਨੇ ਸਾਰੀ ਉਮਰ ਵਿੱਚ ਇੱਕ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ, ਉਸ ਜਨੂਨੀ ਅਕਾਲੀ ਨੂੰ ਵੀ ਜਿਸ ਨੇ ਉਸ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਾਰਨ ਰਣਜੀਤ ਸਿੰਘ ਨੂੰ ਜ਼ਿਆਦਾ ਸਫਲਤਾ ਮਿਲੀ, ਉਹ ਉਸ ਦਾ ਦੂਸਰੇ ਧਰਮਾਂ ਪ੍ਰਤੀ ਸਤਿਕਾਰ ਸੀ। ਉਹ ਇੱਕ ਸ਼ਰਧਾਵਾਨ ਸਿੱਖ ਸੀ ਜੋ ਬ੍ਰਾਹਮਣਾਂ ਦੇ ਪਾਏ ਵਹਿਮਾਂ ਵਿੱਚ ਫਸਿਆ ਰਹਿੰਦਾ ਸੀ, ਤੇ ਉਸ ਨੂੰ ਹਿੰਦੂਆਂ ਦੇ ਮੰਦਰਾਂ ਵਿੱਚ ਜਾ ਕੇ ਪੂਜਾ ਕਰਨ ਤੋਂ ਵੀ ਕੋਈ ਰੋਕ ਨਹੀਂ ਸੀ, ਤੇ ਉਹ ਸਦਾ ਹੀ ਜੋਤਸ਼ੀਆਂ, ਨਜੂਮੀਆਂ, ਪਖੰਡੀਆਂ ਤੇ ਹੋਰ ਇਸ ਤਰ੍ਹਾਂ ਦੇ ਲੋਕਾਂ ਨਾਲ ਘਿਰਿਆ ਰਹਿੰਦਾ ਸੀ ਜਿਨ੍ਹਾਂ ਉੱਪਰ ਵਿਸ਼ਵਾਸ ਕਰਨ ਬਾਰੇ ਸਿੱਖ ਗੁਰੂ ਸਾਹਿਬਾਨ ਵੱਲੋਂ ਸਖਤ ਮਨਾਹੀ ਹੈ। ਉਹ ਇਸੇ ਤਰ੍ਹਾਂ ਹੀ ਇਸਲਾਮ ਦਾ ਸਤਿਕਾਰ ਕਰਦਾ ਸੀ ਤੇ ਉਹ ਅਕਾਲੀਆਂ ਦੇ ਇਸਲਾਮ ਪ੍ਰਤੀ ਵਿਰੋਧੀ ਵਿਚਾਰਾਂ ਦਾ ਵਿਰੋਧ ਵੀ ਕਰਦਾ ਸੀ। ਕਿਹਾ ਜਾਂਦਾ ਹੈ ਕਿ ਇੱਕ ਖੁਸ਼ਨਵੀਸ ਯਾਨੀ ਸੁੰਦਰ ਲਿਖਾਈ ਵਾਲਾ ਜਿਸ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਕੁਰਾਨ ਦਾ ਇੱਕ ਉਤਾਰਾ ਕਰਨ ਵਿੱਚ ਲਾਇਆ ਸੀ, ਲਾਹੌਰ ਆਇਆ। ਉਹ ਭਾਰਤ ਦੇ ਮੁਸਲਮਾਨ ਹਾਕਮਾਂ ਕੋਲ ਆਪਣੀ ਹੀ ਕਿਰਤ ਵੇਚਣ ਵਿੱਚ ਅਸਫਲ ਰਿਹਾ ਸੀ। ਰਣਜੀਤ ਸਿੰਘ ਨੇ ਉਸ ਉਤਾਰੇ ਦੀ ਬਹੁਤ ਜ਼ਿਆਦਾ ਕੀਮਤ ਅਦਾ ਕਰ ਦਿੱਤੀ। ਜਦੋਂ ਫਕੀਰ ਅਜ਼ੀਜ਼ ਉਦ-ਦੀਨ ਨੇ ਮਹਾਰਾਜੇ ਦੀ ਦਰਿਆ ਦਿਲੀ ਦੀ ਪ੍ਰਸ਼ੰਸਾ ਕੀਤੀ ਤਾਂ ਮਹਾਰਾਜੇ ਨੇ ਕਿਹਾ ਕਿ ਪਰਮਾਤਮਾ ਦੀ ਰਜ਼ਾ ਸੀ ਕਿ ਮੈਂ ਸਭ ਨੂੰ ਇੱਕੋ ਅੱਖ ਨਾਲ ਵੇਖਾਂ। ਇਹੋ ਕਾਰਨ ਹੈ ਕਿ ਉਸਨੇ ਮੇਰੀ ਦੂਸਰੀ ਅੱਖ ਦੀ ਰੋਸ਼ਨੀ ਖੋਲ੍ਹੀ। ਉਹਦਾ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ ਸੀ ਤੇ ਉਸਦਾ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ ਉਦ-ਦੀਨ ਇੱਕ ਮੁਸਲਮਾਨ ਸੀ ਤੇ ਉਹਦਾ ਵਿੱਤ ਮੰਤਰੀ ਦੀਨਾਨਾਥ ਇੱਕ ਬ੍ਰਾਹਮਣ ਸੀ। ਸਿੱਖ ਸਰਦਾਰਾਂ ਤੇ ਹਿੰਦੂਆਂ ਵਿੱਚ ਜਿਨ੍ਹਾਂ ਦੀ ਗਿਣਤੀ ਅਧਿਕ ਸੀ, ਪ੍ਰਭਾਵਸ਼ਾਲੀ ਤੇ ਅਸਰ ਰਸੂਖ ਵਾਲੇ ਮੁਸਲਮਾਨ ਅਜ਼ੀਜ਼ ਉਦ-ਦੀਨ ਤੇ ਉਹਦੇ ਭਰਾ ਨੂਰ ਉਦ-ਦੀਨ ਤੇ ਇਮਾਮ ਉਦ-ਦੀਨ, ਤੋਪਖਾਨੇ ਦਾ ਮੁਖੀ ਮੀਆਂ ਗੌਸਾ ਜਿਸ ਨੂੰ ਮਹਾਰਾਜੇ ਨੇ ਆਪਣੇ ਮਿੱਤਰ ਤੇ ਵਫਾਦਾਰ ਸੈਨਾਪਤੀ ਦੀ ਉਪਾਧੀ ਬਖਸ਼ੀ ਸੀ, ਤੇ ਉਹਦਾ ਪੁੱਤਰ ਸੁਲਤਾਨ ਮੁਹੰਮਦ, ਜਨਰਲ ਇਲਾਹੀ ਬਖਸ਼ ਤੇ ਕਈ ਹੋਰ, ਅਤੇ ਮੁਲਤਾਨ ਦੇ ਮਰਹੂਮ ਨਵਾਬ ਦੇ ਪੁੱਤਰ ਸਰਫਰਾਜ਼ ਖਾਂ ਤੇ ਜ਼ੁਲਫਿਕਰ ਖਾਂ ਤੇ ਟਿਵਾਣਾ ਸਰਦਾਰ ਖੁਦਾ ਯਾਰ ਪਿਆਰ ਨਾਲ ਕੁੱਲ ਮਿਲ ਕੇ ਰਹਿੰਦੇ ਸਨ। ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਦਾ ਜ਼ਬਰਦਸਤੀ ਧਰਮ ਪਰਿਵਰਤਨ ਨਹੀਂ ਕੀਤਾ ਜਾਂਦਾ ਸੀ। ਬੀਬੀ ਮੋਹਰਾਂ, ਗੁਲਬਹਾਰ ਬੇਗਮ ਤੇ ਹੋਰਨਾਂ ਜਿਹੜੀਆਂ ਮੁਸਲਮਾਨ ਇਸਤਰੀਆਂ ਨਾਲ ਉਸਨੇ ਵਿਆਹ ਕੀਤਾ, ਉਹ ਸਾਰੀਆਂ ਆਪਣੇ ਧਰਮ ਦੀਆਂ ਅਨੁਯਾਈ ਰਹੀਆਂ। ਮੋਹਰਾਂ ਨੇ ਤਾਂ ਸਗੋਂ ਇੱਕ ਹਿੰਦੂ ਨੌਕਰ ਨੂੰ ਮੁਸਲਮਾਨ ਬਣਾ ਕੇ ਬਲਵਾ ਹੀ ਕਰਵਾ ਦਿੱਤਾ ਸੀ। ਉਸਨੇ ਮਸਜਿਦਾਂ ਦੀ ਮੁਰੰਮਤ ਲਈ ਬਹੁਤ ਸਾਰਾ ਧਨ ਖਰਚਿਆ। ਉਸ ਦੀਆਂ ਹਿੰਦੂ ਪਤਨੀਆਂ ਵੀ ਆਪਣੇ ਦੇਵੀ ਦੇਵਤਿਆਂ ਦੀ ਉਪਾਸਨਾ ਕਰਦੀਆਂ ਰਹੀਆਂ। ਇਸ ਵਤੀਰੇ ਦੇ ਵਰਤਾਰੇ ਨਾਲ ਉਹਦੀ ਸਾਰੀ ਪ੍ਰਜਾ ਉਸ ਪ੍ਰਤੀ ਵਫਾਦਾਰ ਰਹੀ। ਇਸ ਨਾਲ ਮੁੜ ਸੁਰਜੀਤ ਹੋ ਰਹੀ ਪ੍ਰਭਾਵਸ਼ਾਲੀ ਰਾਸ਼ਟਰਵਾਦੀ ਭਾਵਨਾ ਪੰਜਾਬੀ ਸਾਮਰਾਜ ਦਾ ਸ਼ਕਤੀਸ਼ਾਲੀ ਹਥਿਆਰ ਬਣਨ ਵਿੱਚ ਸਹਾਈ ਹੋਈ, ਜਿਸ ਕਾਰਨ ਇਸਨੇ ਰਣਜੀਤ ਸਿੰਘ ਦੀ ਮੌਤ ਦੇ ਥੋੜ੍ਹੇ ਸਮੇਂ ਪਿੱਛੋਂ ਹੀ ਪਹਾੜਾਂ ਦੀਆਂ ਸੀਮਾਵਾਂ ਨੂੰ ਜਾ ਛੂਹਿਆ। ਪੰਜਾਬੀ ਦਰਬਾਰ ਦਾ ਝੰਡਾ ਕਰਨਲ ਸ਼ੇਖ ਬਸਾਵਾ ਦੇ ਮੁਸਲਮਾਨ ਸੈਨਿਕਾਂ ਨੇ ਕਾਬਲ ਦੇ ਵਿਜੇ ਮੈਦਾਨ ਵਿੱਚ ਜਾ ਗੱਡਿਆ। ਸਾਲ ਮਗਰੋਂ ਡੋਗਰਾ ਜ਼ੋਰਾਵਰ ਸਿੰਘ ਨੇ ਹਿਮਾਲਾ ਦੇ ਪਾਰ ਮੁੜ ਜਿੱਤਾਂ ਸ਼ੁਰੂ ਕੀਤੀਆਂ। ਇਸ ਤਰ੍ਹਾਂ ਗੁਜਰਾਂਵਾਲੇ ਦੇ ਆਲੇ ਦੁਆਲੇ ਦੀ ਛੋਟੀ ਜਿਹੀ ਮਿਸਲ ਜਾਂ ਰਿਆਸਤ 2 ਲੱਖ ਵਰਗ ਮੀਲ ਵਿੱਚ ਫੈਲ ਗਈ, ਜਿਸ ਦੀ ਸਾਲਾਨਾ ਆਮਦਨ 3 ਕਰੋੜ ਰੁਪਏ ਤੋਂ ਉੱਪਰ ਸੀ, ਤੇ ਉਸ ਕੋਲ ਏਸ਼ੀਆ ਭਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੇ ਅਨੁਸ਼ਾਸਿਤ ਸੈਨਾ ਸੀ। ਰਣਜੀਤ ਸਿੰਘ ਨੇ ਆਪਣੀਆਂ ਸਫਲਤਾਵਾਂ ਤੇ ਪ੍ਰਾਪਤੀਆਂ ਦਾ ਸਾਰ ਇਹਨਾਂ ਸ਼ਬਦਾਂ ਵਿੱਚ ਕੀਤਾ ਹੈ। ਮੇਰੀ ਬਾਦਸ਼ਾਹੀ ਇੱਕ ਮਹਾਨ ਬਾਦਸ਼ਾਹੀ ਹੈ। ਪਹਿਲਾਂ ਇਹ ਨਿੱਕੀ ਜਿਹੀ ਸੀ, ਹੁਣ ਇਹ ਵੱਡੀ ਤੇ ਵਿਸ਼ਾਲ ਹੈ।
ਪਹਿਲਾਂ ਇਹ ਛਿਨ ਪਿੰਨ ਟੁੱਟੀ ਭੱਜੀ ਤੇ ਵੰਡੀ ਵਿਹਾਜੀ ਹੋਈ ਸੀ। ਹੁਣ ਇਹ ਬਿਲਕੁਲ ਸੰਗਠਿਤ ਹੈ। ਇਸ ਨੂੰ ਹੋਰ ਉੱਨਤ ਤੇ ਪ੍ਰਫੁੱਲਤ ਹੋਣਾ ਚਾਹੀਦਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਵਿੱਚ ਇਸ ਤਰ੍ਹਾਂ ਸੰਪੂਰਨ ਤੇ ਸੰਗਠਿਤ ਰੂਪ ਵਿੱਚ ਮਿਲਣੀ ਚਾਹੀਦੀ ਹੈ। ਤੈਮੂਰ ਦੇ ਸਿਧਾਂਤਾਂ ਤੇ ਨਿਯਮਾਂ ਨੇ ਮੇਰੀ ਅਗਵਾਈ ਕੀਤੀ ਹੈ। ਜਿਵੇਂ ਉਹ ਐਲਾਨ ਕਰਦਾ ਸੀ ਤੇ ਹੁਕਮ ਦਿੰਦਾ ਸੀ, ਮੈਂ ਵੀ ਉਵੇਂ ਹੀ ਕੀਤਾ ਹੈ। ਮੈਂ ਇਹ ਰਾਜ ਭਾਗ ਵਾਹਿਗੁਰੂ ਦੀ ਮਿਹਰ ਤੇ ਉਹਦੇ ਬਖਸ਼ੇ ਹੋਏ ਬਲ ਤੇ ਬੁੱਧੀ ਰਾਹੀਂ ਫਤਿਹ ਕੀਤਾ ਹੈ। ਮੈਂ ਆਪਣੀ ਹੁਕੂਮਤ ਨੂੰ ਉਦਾਰਤਾ, ਜ਼ਬਤ ਤੇ ਨੀਤੀ ਨਾਲ ਬਕਾਇਦਾ ਤੇ ਸੰਗਠਿਤ ਬਣਾਇਆ ਹੈ। ਮੈਂ ਦਲੇਰ ਲੋਕਾਂ ਨੂੰ ਇਨਾਮ ਦਿੱਤੇ ਹਨ। ਯੋਗਤਾ ਨੂੰ ਜਿੱਥੇ ਤੇ ਜਦੋਂ ਵੀ ਉਹ ਨਜ਼ਰ ਆਈ ਹੈ ਉਤਸ਼ਾਹਿਤ ਕੀਤਾ ਹੈ ਤੇ ਰਣ ਭੂਮੀ ਵਿੱਚ ਸੂਰਬੀਰਾਂ ਨੂੰ ਵਡਿਆਇਆ ਹੈ। ਮੈਂ ਸਭ ਖਤਰਿਆਂ ਤੇ ਸਥਿਤੀਆਂ ਵਿੱਚ ਆਪਣੀ ਫੌਜ ਦੇ ਅੰਗ ਸੰਗ ਰਿਹਾ ਹਾਂ। ਮੈਂ ਪੱਖਪਾਤੀ ਰੁਚੀ ਨੂੰ ਨਾ ਮੰਤਰੀ ਮੰਡਲ ਵਿੱਚ ਤੇ ਨਾ ਹੀ ਕਦੇ ਰਣ ਭੂਮੀ ਵਿੱਚ ਆਪਣੇ ਹਿਰਦੇ ਅੰਦਰ ਦਾਖਲ ਹੋਣ ਦਿੱਤਾ ਹੈ। ਮੈਂ ਆਪਣੀ ਸੁੱਖ ਸੁਵਿਧਾ ਵੱਲੋਂ ਸਦਾ ਬੇਧਿਆਨ ਰਿਹਾ ਹਾਂ ਤੇ ਸ਼ਹਿਨਸ਼ਾਹੀ ਖਿਲਤ ਪਹਿਨਣ ਦੇ ਨਾਲ ਨਾਲ ਮੈਂ ਲੋਕਾਂ ਲਈ ਚਿੰਤਾ ਤੇ ਖਬਰਦਾਰੀ ਦਾ ਵੇਸ ਹੁਸ਼ਿਆਰੀ ਨਾਲ ਪਹਿਨਿਆ ਹੈ। ਮੈਂ ਫਕੀਰਾਂ ਤੇ ਧਰਮੀ ਪੁਰਸ਼ਾਂ ਦੀ ਸੇਵਾ ਕਰਦਾ ਰਿਹਾ ਹਾਂ ਤੇ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰਦਾ ਰਿਹਾ ਹਾਂ। ਮੈਂ ਦੋਸ਼ੀਆਂ ਨੂੰ ਵੀ ਨਿਰਦੋਸ਼ਾਂ ਵਾਂਗ ਹੀ ਬਖਸ਼ ਦਿੰਦਾ ਰਿਹਾ ਹਾਂ ਤੇ ਜਿਹੜੇ ਬੰਦਿਆਂ ਨੇ ਮੇਰੀ ਜ਼ਾਤ ਵਿਰੁੱਧ ਵੀ ਹੱਥ ਉਠਾਇਆ ਉਹਨਾਂ ਉੱਪਰ ਵੀ ਮੈਂ ਦਇਆ ਕੀਤੀ ਹੈ। ਸ਼੍ਰੀ ਅਕਾਲ ਪੁਰਖ ਜੀ ਆਪਣੇ ਸੇਵਕ ਉੱਤੇ ਇਸੇ ਲਈ ਦਿਆਲੂ ਰਹੇ ਤੇ ਉਹਦੀ ਰਾਜ ਸ਼ਕਤੀ ਵਿੱਚ ਵਾਧਾ ਕਰਦੇ ਰਹੇ ਹਨ। ਇੱਥੋਂ ਤੱਕ ਉਸ ਦੇ ਰਾਜ ਦਾ ਵਿਸਤਾਰ ਹੁਣ ਚੀਨ ਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਤੱਕ ਹੋ ਗਿਆ ਹੈ ਤੇ ਇਸ ਵਿੱਚ ਸਤਲੁਜੋਂ ਪਾਰ ਦੀਆਂ ਉਪਜਾਊ ਬਸਤੀਆਂ ਵੀ ਸ਼ਾਮਲ ਹਨ। ਧੰਨਵਾਦ।